ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਗੱਲਾਂ ਬਾਤਾਂ। ਅੱਜ ਕੈਨੇਡਾ ਦੇ ਵਿੱਚ ਜਿਹੜਾ 8-10 ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਰਹੀ ਹੈ ਉਹ ਤੁਹਾਡੇ ਨਾਲ ਗੱਲਬਾਤ ਕਰਨੀ ਆ। BC ਦੇ ਮੌਸਮ ਬਾਰੇ ਗੱਲਬਾਤ ਕਰਾਂਗੇ। ਅੱਜ ਫੇਰ ਸਨੋ ਹਲਕੀ ਪੈ ਰਹੀ ਆ ਤੇ ਰਾਤ ਨੂੰ ਫੇਰ ਦੱਸਦੇ ਆ ਕਿ ਮੌਸਮ ਹੋਰ ਖਰਾਬ ਹੋ ਸਕਦਾ। ਇਹਦੇ ਬਾਰੇ ਗੱਲਬਾਤ ਕਰਾਂਗੇ। ਹਵਾਈ ਕੰਪਨੀ ਦੀ ਚੀਨੀ ਅਧਿਕਾਰੀ ਦੇ ਚਾਰਜ ਅਮਰੀਕਾ ਦੇ ਵਿੱਚ ਡਿਸਮਿਸ ਕਰ ਦਿੱਤੇ ਗਏ ਆ। ਇਸ ਮਾਮਲੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਆ। ਰਿਸੈਸ਼ਨ ਫੇਰ ਚਰਚਾ 'ਚ ਆ ਕਿ ਅਗਲੇ ਸਾਲ ਰਿਸੈਸ਼ਨ ਆਊਗਾ ਕਿ ਨਹੀਂ, ਇਹਦੇ ਬਾਰੇ ਕੀ ਗੱਲਬਾਤ ਉਹ ਤੁਹਾਡੇ ਨਾਲ ਕਰਾਂਗੇ। ਕੈਨੇਡਾ ਦੇ ਵਿੱਚ ਫੂਡ ਬੈਂਕਾਂ ਦੇ ਉੱਤੇ ਇਸ ਵੇਲੇ ਕਾਫੀ ਬੋਝ ਆ, ਇਹ ਵੀ ਗੱਲਬਾਤ ਕਰਨੀ ਹੈ। ਜਸਕੀਰਤ ਸਿੱਧੂ ਇੱਕ ਡਰਾਈਵਰ ਜਿਹਦੀ ਗਲਤੀ ਦੇ ਕਾਰਨ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ, ਉਹਨੂੰ ਡਿਪੋਰਟ ਕੀਤੇ ਜਾਣ ਬਾਰੇ ਕੁਝ ਅਪਡੇਟਸ ਨੇ ਇੰਡੀਆ ਦੇ ਵਿੱਚ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਵੈਸਟਜੈਟ ਫਲਾਈਟ ਦਾ ਯਾਤਰੀਆਂ ਨਾਲ ਰੌਲਾ ਗੋਲਾ ਵੱਧ ਗਿਆ, ਉਹ ਕੰਪਨਸੇਸ਼ਨ ਮੰਗ ਰਿਹਾ, ਵੈਸਟਜੈਟ ਦੇ ਨਹੀਂ ਰਹੀ। ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਕੇਸ ਨੇ ਉਹਦੇ ਵਿੱਚ ਦੇਰੀ ਹੋ ਰਹੀ ਆ ਅਤੇ ਲੋਕ ਹੁਣ ਉਲਟਾ ਕੇਸ ਕਰ ਰਹੇ ਆ ਵੀ ਸਾਨੂੰ ਦੱਸੋ ਸਾਡੇ ਕੰਮ ਦੇ ਵਿੱਚ ਦੇਰੀ ਕਿਉਂ ਹੋਈ। ਅਤੇ ਕੈਨੇਡਾ ਦੇ ਵਿੱਚ ਚੀਨ ਦੇ ਪੁਲਿਸ ਸਟੇਸ਼ਨ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਏ ਆ, ਇਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ BC ਦੇ ਮੌਸਮ ਬਾਰੇ। ਜਿਹੜੀ ਸਪੈਸ਼ਲ ਵੈਦਰ ਵਾਰਨਿੰਗਸ ਆ ਉਹ ਇਸ ਵੇਲੇ ਆਰਕਟਿਕ ਏਅਰ ਅਤੇ ਫਰੀਜ਼ਿੰਗ ਵਿੰਡਸ ਦੀਆਂ ਇਸ ਵੇਲੇ ਪੂਰੇ ਪ੍ਰੋਵਿੰਸ ਦੇ ਵਿੱਚ ਨੇ। ਦੱਸਿਆ ਗਿਆ ਕਿ ਹੈਵੀ ਸਨੋਫਾਲ ਹੋ ਸਕਦੀ ਆ, ਵਾਰਨਿੰਗ ਆ, ਅਤੇ ਬਹੁਤ ਸਾਰੇ ਰੀਜਨ ਦੇ ਵਿੱਚ ਭਾਵੇਂ ਇਹ ਵਾਰਨਿੰਗ ਚੱਕ ਲਈ ਗਈ ਆ ਪਰ ਅਜੇ ਵੀ ਮੈਟਰੋ ਵੈਨਕੂਵਰ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਪ੍ਰਬੰਧ ਪੂਰਾ ਕਰਕੇ ਰੱਖੋ। ਅੱਜ ਸ਼ੁੱਕਰਵਾਰ ਸਾਰਾ ਦਿਨ ਥੋੜ੍ਹੀ ਬਹੁਤੀ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਰਹੀ ਹੈ ਅਤੇ ਅੱਜ ਰਾਤ ਜਿਹੜੀ ਆ ਇਹਦੇ ਵਿੱਚ ਮੌਸਮ ਹੋਰ ਜ਼ਿਆਦਾ ਖਰਾਬ ਹੋ ਸਕਦਾ। ਸੋ ਜੇਕਰ ਤੁਸੀਂ ਬਾਹਰ ਹੋ ਤਾਂ ਟਾਈਮ ਨਾਲ ਘਰ ਆਓ, ਆਪਣੀ ਗੱਡੀ ਦੇ ਵਿੱਚ ਗੈਸ ਪੂਰੀ ਰੱਖੋ, ਟਾਇਰ ਜ਼ਰੂਰ ਚੈੱਕ ਕਰੋ, ਹੋਰ ਆਪਣਾ ਸਮਾਨ ਕੋਲ ਜ਼ਰੂਰ ਰੱਖੋ ਤਾਂ ਕਿ ਕਿਸੇ ਵੇਲੇ ਵੀ ਰੁਕਣਾ ਪੈ ਸਕਦਾ। ਤੁਹਾਨੂੰ ਯਾਦ ਹੋਊਗਾ ਥੋੜ੍ਹੇ ਦਿਨ ਪਹਿਲਾਂ ਜਿਹੜੀ ਪਈ ਸੀ ਸਨੋ, ਇਹਨੇ ਬਹੁਤ ਹਲਚਲ ਮਚਾਈ ਸੀ ਅਤੇ ਲੋਕ 12-12, 13-13 ਘੰਟੇ ਉਹਦੇ ਵਿੱਚ ਫਸੇ ਰਹੇ ਸੀ ਸਨੋ ਦੇ ਵਿੱਚ, ਕਿਉਂਕਿ ਅੱਗੇ ਸੜਕਾਂ ਬਲੌਕ ਹੋ ਗਈਆਂ, ਨਾ ਉੱਧਰ ਜਾ ਸਕਦੇ ਨਾ ਉੱਧਰ ਜਾ ਸਕਦੇ, ਔਰ ਉਹਦੇ 'ਚ ਨਾ ਐਂਬੂਲੈਂਸ ਆ ਸਕਦੀ ਹੈ ਨਾ ਕੁਛ ਹੋਰ ਹੋ ਸਕਦਾ ਆ। ਲੋਕ ਬਹੁਤ ਚਿਰ ਸਟਕ ਰਹੇ ਸੀ। ਬਹੁਤ ਸਾਰੇ ਲੋਕਾਂ ਨੇ ਬਰਫ਼ ਵਿੱਚ ਫਸੇ ਲੋਕਾਂ ਦੇ ਲਈ ਲੰਗਰ ਲਾਇਆ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਲੈ ਕੇ ਗਏ ਉਹਨਾਂ ਨੂੰ ਉੱਥੇ ਰੱਖਿਆ ਗਿਆ, ਪ੍ਰਬੰਧ ਕੀਤਾ, ਉਹਨਾਂ ਦਾ ਮਦਦ ਕੀਤੀ। ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਜਿੱਥੇ ਕਿਤੇ ਵੀ ਫਸੇ ਸੀਗੇ ਉਹਨਾਂ ਦੀ ਵੀ ਬਹੁਤ ਸਾਰੀ ਮਦਦ ਕੀਤੀ ਆ। ਸੋ ਅੱਜ ਮੌਸਮ ਫੇਰ ਇੱਦਾਂ ਦਾ ਆ ਅਤੇ 5 ਤੋਂ ਲੈ ਕੇ 15 ਸੈਂਟੀਮੀਟਰ ਤੱਕ ਜਿਹੜੀ ਸਨੋ ਆ ਉਹ ਦੱਸੀ ਜਾ ਰਹੀ ਆ। 5 ਤੋਂ 15 ਸੈਂਟੀਮੀਟਰ ਤੱਕ ਸਨੋ ਜਿਹੜੀ ਆ ਉਹ ਪੈ ਸਕਦੀ ਆ ਅਤੇ ਇਹਦੇ ਨਾਲ ਹੀ ਜਿਹੜਾ ਕਿਉਂਕਿ ਪਹਿਲਾਂ ਸਨੋ ਪਈ ਆ ਉਹਦੇ ਨਾਲ ਵੀ ਕੁਛ ਨਾ ਕੁਛ ਇਸ ਵੇਲੇ ਜਿਹੜੀ ਗੜਬੜ ਜ਼ਿਆਦਾ ਹੋ ਰਹੀ ਆ। ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਇਹਨਾਂ ਸਾਰੇ ਸਨਸ਼ਾਈਨ ਕੋਸਟ, ਇਨਵਾਇਰਨਮੈਂਟ ਕੈਨੇਡਾ ਦੱਸ ਰਿਹਾ ਆ ਕਿ ਇੱਥੇ ਅੱਜ ਜਿਹੜੀ ਬਾਅਦ ਦੁਪਹਿਰ ਤੋਂ ਸ਼ੁਰੂ ਹੋਈ ਸਨੋ ਆ ਰਾਤ ਤੱਕ ਇਸੇ ਤਰ੍ਹਾਂ ਰਹਿਣੀ ਔਰ ਕੰਡੀਸ਼ਨ ਬਹੁਤ ਸਲਿੱਪਰੀ ਹੋ ਜਾਣੀ ਆ। ਇਹਦੇ ਵਿੱਚ ਹੀ ਲਗਾਤਾਰ ਜਿਹੜੀ ਠੰਡੀ ਹਵਾ ਆ ਉਹ ਕੂਟਨੀ, ਈਸਟ ਕੂਟਨੀ ਅਤੇ ਉੱਧਰਲੇ ਪਾਸੇ ਸੈਟਰਡੇ ਮਾਰਨਿੰਗ ਤੱਕ ਇੱਦਾਂ ਹੀ ਰਹਿ ਸਕਦਾ ਆ ਅਤੇ -20 ਡਿਗਰੀ ਦੇ ਨੇੜੇ ਤੇੜੇ ਇੱਥੇ ਟੈਂਪਰੇਚਰ ਰਹੂਗਾ। ਸੋ ਚੰਗੀ ਤਰ੍ਹਾਂ ਉਹ ਕਹਿੰਦੇ ਵੀ ਕੱਪੜੇ ਆਪਣੇ ਪਾ ਕੇ ਬਾਹਰ ਨਿਕਲੋ, ਰਿਸਕ ਤੋਂ ਬਚੋ। ਹਾਈਪੋਥਰਮੀਆ ਹੋ ਸਕਦਾ ਕੋਲਡ ਵੈਦਰ ਦੇ ਵਿੱਚ। ਜਿਹੜਾ ਅਨਯੂਜ਼ੂਅਲ ਕੋਲਡ ਟੈਂਪਰੇਚਰ ਅਤੇ ਸਟਰੋਂਗ ਵਿੰਡਸ ਦੇ ਲਈ ਇਸ ਵੇਲੇ ਪ੍ਰਪੇਅਰ ਆ ਪੂਰਾ ਸਾਡਾ ਪ੍ਰੋਵਿੰਸ, ਪਰ ਇਹਦੇ ਨਾਲ ਤੁਹਾਨੂੰ ਆਪਣਾ ਬਚਾਅ ਕਰਨਾ ਚਾਹੀਦਾ ਕਿਉਂਕਿ 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੇ ਸਪੀਡ ਨਾਲ ਜਿਹੜੀਆਂ ਇਹ ਹਵਾਵਾਂ ਚੱਲ ਸਕਦੀਆਂ ਆ ਇੱਥੇ, ਅਤੇ ਇਸ ਕਰਕੇ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਲੋੜ ਆ। ਅਤੇ ਜਿਹੜਾ ਗੱਡੀ ਚਲਾਉਣ ਬਾਰੇ ਵੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਪਿਛਲੇ ਆਪਣੇ ਟਿਊਜ਼ਡੇ ਸਾਰਾ ਕੁਛ ਹੋਇਆ ਆ, ਉੱਦਣ ਜਿਹੜੇ ਇੰਸ਼ੋਰੈਂਸ ਸੀਗਾ ਉਹ ਸਭ ਤੋਂ ਵੱਧ ਕਲੇਮ ਆਏ ਆ ਇਸ ਦਿਨ ਦੇ ਵਿੱਚ, ਮੰਗਲਵਾਰ ਵਾਲੇ ਦਿਨ, ਕਿਉਂਕਿ ਸਨੋ ਸਟੋਰਮ ਬਹੁਤ ਜ਼ਿਆਦਾ ਸੀ। ਜ਼ਿਆਦਾ ਕਲੇਮ ਆਇਆ, ਜ਼ਿਆਦਾ ਐਕਸੀਡੈਂਟ ਲੋਕਾਂ ਦੇ ਇਸ ਦਿਨ ਦੇ ਵਿੱਚ ਹੋਇਆ ਔਰ ਜਿਹੜਾ ਜਿੰਨਾ ਪਹਿਲਾਂ ਆਉਂਦੇ ਉਹ ਤੋਂ ਦੁੱਗਣੇ ਇਸ ਦਿਨ ਕਲੇਮ ਆਏ ਆ। 3567 ਕਲੇਮ ICBC ਦੇ ਕੋਲ ਮੰਗਲਵਾਰ ਵਾਲੇ ਦਿਨ ਸਿਰਫ ਆਏ ਆ, ਜਿੱਥੇ ਕਿ ਕ੍ਰੈਸ਼ ਹੋਏ ਆ ਬਹੁਤ ਸਾਰੇ ਟ੍ਰੈਫਿਕ ਦੇ ਵਿੱਚ ਕਿਉਂਕਿ ਸਲਿੱਪਰੀ ਸਟਰੀਟ ਸੀਗੀਆਂ। ਅਤੇ ਜਿਹੜੇ ਹੁਣ ਇਹ 1837 ਪਹਿਲਾਂ ਆਉਂਦੇ ਆ, ਮੰਨ ਲਓ ਇੱਕ ਦਿਨ ਦੇ ਵਿੱਚ, ਜਾਂ ਪਿਛਲੇ ਮੰਗਲਵਾਰ 1837 ਸੀਗੇ ਜਦੋਂ ਸਨੋ ਨਹੀਂ ਪਈ ਸੀ, ਅਤੇ ਹੁਣ ਜਦੋਂ ਸਨੋ ਪਈ ਆ ਤਾਂ ਉਦੋਂ 3567 ਹੋ ਗਏ ਆ। ਸੋ ਲਗਭਗ ਜਿਹੜੇ ਦੁੱਗਣੇ ਇਹ ਦੱਸੇ ਜਾ ਰਹੇ ਆ। ਅਤੇ ICBC ਵੀ ਦੱਸ ਰਹੀ ਹੈ ਕਿਉਂਕਿ ਡਰਾਈਵਰਸ ਨੂੰ ਖਿਆਲ ਰੱਖਣਾ ਚਾਹੀਦਾ ਇਹਦੇ ਵਿੱਚ, ਜੇ ਤੁਹਾਡੇ ਟਾਇਰ ਸਨੋ ਨਹੀਂ ਆ ਹਾਈਵੇ ਦੇ ਉੱਤੇ ਖਾਸ ਕਰਕੇ, ਅਤੇ ਫਿਰ ਤੁਹਾਨੂੰ ਜਿਹੜਾ ਡਿਕਲਾਈਨ ਵੀ ਤੁਹਾਡਾ ਕਲੇਮ ਹੋ ਸਕਦਾ ਆ।
ਤੇ ਵਰਕ ਵਹੀਕਲ ਦੂਜਾ ਸਨੋ ਚੰਗੀ ਤਰ੍ਹਾਂ ਹਟਾਉਣੀ ਚਾਹੀਦੀ ਆ। ਡਰਾਈਵੇ ਦੇ ਵਿੱਚੋਂ ਆਪਣੀਆਂ ਹੈਡਲਾਈਟਸ ਗੱਡੀਆਂ ਦੀਆਂ ਉਹ ਕਹਿੰਦੇ ਸਾਫ਼ ਰੱਖੋ। ਐਕਸਟਰਨਲ ਸੈਂਸਰ ਜਿਹੜੇ ਆ ਉਹਨਾਂ ਨੂੰ ਕਲੀਅਰ ਕਰੋ। ਜਿਹੜੇ ਮਤਲਬ ਤੁਹਾਡੇ ਕੋਲ ਕੋਈ ਕੋਲੀਜਨ ਵਾਰਨਿੰਗ ਸਿਸਟਮ ਆ ਉਹਦੇ ਆਲੇ ਦੁਆਲੇ ਉਹਨੂੰ ਸਾਰੇ ਕੁਝ ਨੂੰ ਠੀਕ ਰੱਖੋ। ਇਹਦੇ ਨਾਲ ਬਚਾਅ ਹੋ ਸਕਦਾ ਹੁੰਦਾ ਆ। ਤੇ ਅਦਰਵਾਈਜ਼ ਜਿਹੜੇ ਆ ਉਹ ਜਿਹੜੇ ਇਹਦੇ ਨਾਲ ਹਾਲਤ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਾੜੀ ਹੋਈ ਆ, ਹੁਣ ਵੀ ਜਿਹੜੀ ਆ ਇਹ ਮਾੜੀ ਹੋ ਸਕਦੀ ਆ। ਤੇ ਆਪਣਾ ਵਹੀਕਲ ਜਿਹੜੇ ਆ ਉਹ ਚੰਗੀ ਤਰ੍ਹਾਂ ਚਲਾਏ ਜਾਣ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਇਸ ਵੈਦਰ ਦੇ ਵਿੱਚ ਬਚਿਆ ਜਾ ਸਕੇ। ਅਗਲੀ ਖਬਰ ਮੈਂਗ ਵਾਂਜ਼ੂ। ਮੈਂਗ ਵਾਂਜ਼ੂ ਬਹੁਤ ਚਰਚਾ ਦੇ ਵਿੱਚ ਔਰਤ ਰਹੀ ਹੈ। ਸ਼ਾਇਦ ਤੁਹਾਨੂੰ ਯਾਦ ਹੋਊਗਾ ਚੀਨ ਦੀ ਇੱਕ ਕੰਪਨੀ ਹਵਾਈ ਕੰਪਨੀ ਦੇ ਉੱਤੇ ਉਹਦੀ ਇਸ ਅਧਿਕਾਰੀ ਦੇ ਉੱਤੇ ਚੀਫ ਫਾਈਨੈਂਸ਼ੀਅਲ ਆਫਿਸਰ ਸੀਗੀ ਐਗਜ਼ੀਕਿਊਟਿਵ ਉਹਨਾਂ ਦੀ, ਉਹਦੇ ਉੱਤੇ ਦੋਸ਼ ਲੱਗੇ ਸੀ ਵੀ ਇਹਨੇ ਅਮਰੀਕਾ ਦੇ ਨਾਲ ਧੋਖਾ ਕੀਤਾ, ਉੱਥੇ ਫਰਾਡ ਕੀਤਾ ਤੇ ਇੱਕ ਕਿਸਮ ਦੀ ਜਾਸੂਸੀ ਕੀਤੀ ਆ। ਚੀਨ ਦੀ ਕੰਪਨੀ ਦੀ ਅਧਿਕਾਰੀ ਦੇ ਉੱਤੇ ਦੋਸ਼ ਲੱਗੇ ਸੀ ਤੇ ਜਦੋਂ ਇੱਥੋਂ ਵੈਨਕੂਵਰ ਤੋਂ ਇਹ ਏਅਰਪੋਰਟ ਦੇ ਉੱਤੇ ਅਮਰੀਕਾ ਦੇ ਕਹਿਣ ਦੇ ਉੱਤੇ ਇਹਨੂੰ ਇੱਥੇ ਕੈਨੇਡਾ ਨੇ ਅਰੈਸਟ ਕਰ ਲਿਆ ਸੀ। ਉਹਦੇ ਤੋਂ ਬਹੁਤ ਲੰਬੀ ਲੜਾਈ ਚੱਲੀ। ਇਹ ਚੀਨ ਦੇ ਨਾਲ ਸੰਬੰਧ ਕੈਨੇਡਾ ਦੇ ਵਿਗੜ ਗਏ। ਇਸ ਮੈਂਗ ਵਾਂਜ਼ੂ ਜਿਹੜੀ ਚੀਫ ਫਾਈਨੈਂਸ਼ੀਅਲ ਆਫਿਸਰ ਸੀ ਚੀਨ ਦੀ ਹਵਾਈ ਟੈਕਨੋਲੋਜੀਜ਼ ਦੀ, 2018 ਦੇ ਵਿੱਚ ਇਹ ਅਰੈਸਟ ਹੋਈ ਸੀ ਅਮਰੀਕਾ ਤੇ ਚੀਨ ਦੇ ਆਪਸੀ ਸੰਬੰਧਾਂ ਦੇ ਕਾਰਨ, ਪਰ ਅਰੈਸਟ ਇਹਦੀ ਕੈਨੇਡਾ ਨੇ ਕੀਤੀ ਸੀ। ਉਹਦੇ ਤੋਂ ਬਾਅਦ ਫਿਰ ਕੈਨੇਡਾ ਦੇ ਦੋ ਜਿਹੜੇ ਸਿਟੀਜ਼ਨ ਸੀਗੇ ਮਾਈਕਲਸ, ਉਹਨਾਂ ਨੂੰ ਉੱਥੇ ਫੜ ਲਿਆ ਗਿਆ ਸੀ। ਮੈਂਗ ਇੱਥੇ ਫਸ ਗਈ ਸੀ ਪਿਛਲੇ ਸਾਲ, ਉਹਦੇ ਤੇ ਚਾਰਜ ਸੀਗੇ ਬਹੁਤ ਸਾਰੇ ਫਿਰ, ਤੇ ਹੁਣ 1 ਦਸੰਬਰ 2022 ਨੂੰ ਉਹ ਚਾਰਜ ਡਿਸਮਿਸ ਕਰ ਦਿੱਤੇ ਗਏ ਆ। ਕੈਨੇਡਾ ਕੈਨੇਡਾ 'ਚ ਅਰੈਸਟ ਕੀਤੀ ਸੀ US ਵਾਰੰਟ ਦੇ ਉੱਤੇ। ਸੋ ਇਹ ਇੱਕ ਬਹੁਤ ਵੱਡੀ ਗੱਲਬਾਤ ਹੁਣ ਦੱਸੀ ਜਾ ਰਹੀ ਆ ਕਿ ਜਿਹੜੀ ਇਨਫੋਰਮੇਸ਼ਨ ਆ ਇਹ ਕੋਈ ਇੱਦਾਂ ਦੀ ਮਿਲੀ ਨਹੀਂ ਜਿਹੜੀ ਇਹ ਦੱਸਦੀ ਹੋਵੇ ਵੀ ਉਹਦੀ ਡੀਲ ਸੀਗੀ, ਤੇ ਉਹਨਾਂ ਨੇ ਸਿੱਧਾ ਇਹ ਸਾਰੇ ਇਹਦੇ ਜਿਹੜੇ ਚਾਰਜਸ ਸੀਗੇ ਵਾਂਜ਼ੂ ਮੈਂਗ ਦੇ, ਉਹਨਾਂ ਨੂੰ ਡਿਸਮਿਸ ਕਰ ਦਿੱਤਾ ਹੈ। US ਡਿਸਟ੍ਰਿਕਟ ਜਨਰਲ ਐਂਡ ਓਨਲੀ ਲੈਟਰ ਦੇ ਵਿੱਚ ਲਿਖ ਦਿੱਤਾ ਹੈ। ਹਵਾਈ ਇੱਕ ਟੈਲੀਕਮਿਊਨੀਕੇਸ਼ਨ ਇਕਵਿਪਮੈਂਟ ਮੇਕਰ ਆ, ਬਹੁਤ ਸਾਰਾ ਜਿਹੜਾ ਫੋਨ ਲੱਗਦੇ, ਟਾਵਰ ਲੱਗਦੇ ਆ, ਇਹਨਾਂ ਦੇ ਉਹ ਸਮਾਨ ਬਣਾਉਂਦੇ ਆ। ਤੇ ਅਮਰੀਕਾ ਨੇ ਦੇਖਿਆ ਸੀ ਵੀ ਇਹ ਇੱਕ ਨੈਸ਼ਨਲ ਸਿਕਿਉਰਿਟੀ ਥ੍ਰੈਟ ਆ, ਤੇ ਇਸ ਕਰਕੇ ਜਿਹੜਾ ਹਜੇ ਵੀ ਸਟਿਲ ਉਹ ਚਾਰਜ ਆ ਉਸ ਕੇਸ ਦੇ ਵਿੱਚ ਜਿਹੜਾ ਪੈਂਡਿੰਗ ਆ US ਡਿਸਟ੍ਰਿਕਟ ਕੋਰਟ ਦੇ ਵਿੱਚ ਨਿਊਯਾਰਕ ਦੇ ਵਿੱਚ, ਜਿਹਦੀ ਟ੍ਰਾਇਲ ਡੇਟ ਹਜੇ ਤੱਕ ਨਹੀਂ ਦੱਸੀ, ਉਹ ਦੋਸ਼ ਹਜੇ ਵੀ ਉਹਦੇ ਉੱਤੇ ਹੈਗੇ ਆ। ਤੇ ਉਹਦੇ ਤਹਿਤ ਇਹਦੀ ਗ੍ਰਿਫਤਾਰੀ ਕੀਤੀ ਗਈ ਸੀ। ਸੋ ਥਰਸਡੇ ਨੂੰ ਜਿਹੜਾ ਇਹ ਸੀਗਾ, ਇਹ ਐਕਸਪੈਕਟਡ ਹੀ ਸੀਗਾ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਆ US ਚਾਈਨਾ ਰਿਲੇਸ਼ਨਸ਼ਿਪ, ਤੇ ਉਹਦੇ ਵਿੱਚੋਂ ਇਹਦਾ ਬਰੀ ਹੋਣਾ। ਮੈਂਗ ਇਸ ਕੰਮ ਦੀ ਇਹਦੇ ਉੱਤੇ ਦੋਸ਼ ਲੱਗੇ ਸੀ ਵੀ ਬੈਂਕ ਫਰਾਡ ਕੀਤਾ ਆ ਜਾਂ ਦੂਜੇ ਕ੍ਰਾਈਮ ਵੀ ਕੀਤੇ ਆ, ਜਿਹਦੇ ਵਿੱਚ ਗਲੋਬਲ ਬੈਂਕ HSBC ਜਿਹੜੀ ਆ ਉਹਨੂੰ ਮਿਸਲੀਡ ਕੀਤਾ ਆ ਕੰਪਨੀ ਨੂੰ, ਖਾਸ ਕਰਕੇ ਈਰਾਨ ਦੇ ਵਿੱਚ ਜਿਹੜੀ ਇਹਨਾਂ ਦੀ, ਤੇ ਮਤਲਬ ਬੈਂਕਿੰਗ ਸਰਵਿਸਿਜ਼ ਲੈਣ ਦੇ ਲਈ ਇਹਨਾਂ ਨੇ ਈਰਾਨ ਦੇ ਉੱਤੇ ਲੱਗੀਆਂ US ਦੀਆਂ ਸੈਂਕਸ਼ਨ ਨੂੰ ਵਾਇਓਲੇਟ ਕੀਤਾ ਇਸ ਔਰਤ ਨੇ। ਤੇ ਇਹ ਜਿਹੜੀ ਡੀਲ ਸੀਗੀ ਫਿਰ ਇਹ ਪ੍ਰੋਸੀਕਿਊਸ਼ਨ ਡੈਫਰ ਕਰ ਦਿੱਤੀ ਗਈ ਸੀਗੀ, ਤੇ ਹੁਣ ਉਹਦੇ ਤਹਿਤ ਚਾਰਜਸ ਜਿਹੜੇ ਆ ਉਹ ਜਿਹੜੇ ਡਿਸਮਿਸ ਕਰ ਦਿੱਤੇ ਗਏ ਆ। ਤੇ ਹਵਾਈ ਦੇ ਉੱਤੇ ਵੀ ਚਾਰਜ ਲੱਗੇ ਸੀ ਜਿਹਦੇ ਵਿੱਚ ਬੈਂਕ ਫਰਾਡ ਸੀਗਾ ਜਾਂ ਸੈਂਕਸ਼ਨ ਨੂੰ ਉਹ ਜਿਹੜਾ ਉਹਦੇ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਗੱਲਬਾਤ ਵੀ ਸੀਗੀ। ਇਹਦੇ ਨਾਲ ਕੁਦਰਤੀ ਅਮਰੀਕਾ ਤੇ ਚੀਨ ਦੇ ਸੰਬੰਧ ਕੁਛ ਨਾ ਕੁਛ ਸੁਧਰਨਗੇ, ਤੇ ਕੁਦਰਤੀ ਤੌਰ ਦੇ ਉੱਤੇ ਇਹਦਾ ਫਰਕ ਚੀਨ ਤੇ ਕੈਨੇਡਾ ਦੇ ਸੰਬੰਧਾਂ ਦੇ ਉੱਤੇ ਵੀ ਪਊਗਾ। ਉਹ ਚਾਈਨਾ ਨੂੰ ਚਲੇ ਗਈ ਸੀ ਇਹ ਮੈਂਗ ਵਾਂਜ਼ੂ ਕੈਨੇਡਾ ਤੋਂ ਸਤੰਬਰ 24 ਨੂੰ 2021 ਦੇ ਵਿੱਚ ਪਿਛਲੇ ਸਾਲ, ਤੇ 2 ਕੈਨੇਡੀਅਨ ਜਿਹੜੇ ਉੱਥੇ ਜਲਦੀ ਫੜੇ ਗਏ ਸੀਗੇ, ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ, ਰਿਲੀਜ਼ ਕੀਤਾ ਗਿਆ ਸੀ। ਜਿਹੜੇ 2 ਅਮਰੀਕਨ ਸਿਬਲਿੰਗ ਸੀਗੇ ਉਹਨਾਂ ਨੂੰ ਪ੍ਰੀਵੈਂਟ ਕੀਤਾ ਗਿਆ ਸੀ ਉੱਥੋਂ ਚਾਈਨਾ ਛੱਡਣ ਤੋਂ। ਤੇ ਜਿਹੜਾ ਹਾਲਾਂਕਿ ਇਹਨਾਂ ਦੇ ਵਕੀਲ ਨੇ, ਮੈਂਗ ਦੇ ਵਕੀਲ ਨੇ ਅਜੇ ਕੋਈ ਕਮੈਂਟ ਕਰਨ ਤੋਂ ਨਾ ਕੀਤਾ, ਪਰ ਇੱਕ ਚੰਗੀ ਗੱਲਬਾਤ ਦੱਸੀ ਜਾ ਰਹੀ ਹੈ ਕਿ ਦੋਵਾਂ ਦੇ ਸੰਬੰਧ ਆਪਸ ਦੇ ਵਿੱਚ ਦੇਸ਼ਾਂ ਦੇ ਇਹਦੇ ਨਾਲ ਕੁਦਰਤੀ ਤੌਰ ਤੇ ਜ਼ਰੂਰ ਸੁਧਰਨਗੇ। ਅਸੀਂ ਰਿਸੈਸ਼ਨ ਦੀ ਗੱਲਬਾਤ ਕਰਦੇ ਹਾਂ ਕਿ ਰਿਸੈਸ਼ਨ ਆ ਗਿਆ ਜਾਂ ਰਿਸੈਸ਼ਨ ਆਉਣਾ ਆ, ਜਾਂ ਕੀ ਅਸੀਂ ਇਸ ਵੇਲੇ ਰਿਸੈਸ਼ਨ ਦੇ ਵਿੱਚੋਂ ਲੰਘ ਰਹੇ ਹਾਂ। 10 ਦੇ ਵਿੱਚੋਂ 9 ਕੈਨੇਡੀਅਨ ਇਸ ਵੇਲੇ ਇਹ ਮੰਨ ਰਹੇ ਆ ਕਿ 2023 ਦੇ ਵਿੱਚ ਰਿਸੈਸ਼ਨ ਆਉਣਾ। ਸਰਵੇ ਕੀਤਾ ਇੱਕ, ਤੇ ਜਿਹੜੇ ਦੱਸ ਰਹੇ ਆ 4 ਕਹਿ ਰਹੇ ਆ ਕਿ ਇਹ ਲਾਈਕਲੀ ਆ। 10 ਦੇ ਵਿੱਚੋਂ 4 ਜਿਹੜੇ ਕਹਿ ਰਹੇ ਕਿ ਹਾਂਜੀ ਇਹ ਆ ਸਕਦਾ ਆ। ਇਹ ਜਿਹੜਾ ਸਰਵੇ ਕੰਡਕਟ ਕੀਤਾ ਨੈਨੋਜ਼ ਰਿਸਰਚ ਨੇ, ਇਹ ਦੱਸਦਾ 1000 ਦੇ ਕਰੀਬ ਕੈਨੇਡੀਅਨ ਨੂੰ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਲੱਗਦਾ ਵੀ ਕੈਨੇਡਾ ਅਗਲੇ ਸਾਲ ਰਿਸੈਸ਼ਨ ਆਊਗਾ। ਮੈਜੋਰਿਟੀ ਨੇ ਉਹਨਾਂ ਦੇ ਵਿੱਚੋਂ 44% ਨੇ ਕਿਹਾ ਕਿ ਸਮਵਟ ਲਾਈਕਲੀ,
ਤੇ ਜਿਹੜੇ 42% ਆ ਉਹਨਾਂ ਨੇ ਕਿਹਾ ਲਾਈਕਲੀ। ਸੋ ਇਹਦਾ ਮਤਲਬ ਇੰਨੇ ਲੋਕ ਜਿਹੜੇ ਇਹ ਇਸ ਵੇਲੇ ਯਕੀਨ ਕਰ ਰਹੇ ਜਾਂ ਮੰਨ ਕੇ ਚੱਲਦੇ ਆ, 10 ਦੇ ਵਿੱਚੋਂ ਮੋਟੇ ਤੌਰ ਤੇ 9 ਜਣੇ ਕੈਨੇਡਾ ਦੇ ਵਿੱਚ ਇਸ ਵੇਲੇ ਮੰਨ ਕੇ ਚੱਲਦੇ ਕਿ ਅਗਲਾ ਸਾਲ ਮੰਦੇ ਦਾ ਸਾਲ ਆ, ਆਰਥਿਕ ਮੰਦਵਾੜਾ ਇੱਥੇ ਰਹੂਗਾ, ਰਸੈਸ਼ਨ ਇੱਥੇ ਆਊਗਾ। ਜਿਹੜੇ 1% ਤੋਂ ਵੀ ਘੱਟ ਲੋਕ ਆ ਜਿਹੜੇ ਇਹ ਕਹਿੰਦੇ ਆ ਵੀ ਇਹ ਨਹੀਂ ਆਉਣਾ। ਸੋ ਆਉਣਾ ਕਿ ਨਹੀਂ ਆਉਣਾ ਬਾਅਦ ਦੀ ਗੱਲ ਆ, ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਇਹ ਨੈਨੋਜ਼ ਰਿਸਰਚ ਕਰਦੇ ਸਰਵੇ ਕਰਦੀ ਆ ਤੇ ਉਹਦੇ ਵਿੱਚੋਂ ਇਹੀ ਗੱਲ ਨਿਕਲ ਕੇ ਆਉਂਦੀ ਆ ਕਿ ਬਹੁ ਗਿਣਤੀ ਲੋਕ ਕੈਨੇਡਾ ਦੇ ਵਿੱਚ ਰਹਿਣ ਵਾਲੇ ਮੰਨ ਕੇ ਚੱਲ ਰਹੇ ਆ ਕਿ ਅਗਲੇ ਸਾਲ ਰਸੈਸ਼ਨ ਆਉਣਾ ਆ। ਇਹ ਸਰਵੇ ਕਿਉਂ ਕੀਤਾ ਗਿਆ ਇਹਨਾਂ ਨੇ? ਰਾਇਲ ਬੈਂਕ ਆਫ ਕੈਨੇਡਾ ਦੀ ਰਿਪੋਰਟ ਆਈ ਆ ਜਿਹੜੀ ਉਹਨੇ ਅਕਤੂਬਰ ਦੇ ਵਿੱਚੋਂ ਪ੍ਰੈਡਿਕਟ ਕਰ ਦਿੱਤਾ ਸੀ ਕੈਨੇਡਾ ਦੇ ਵਿੱਚ ਵੀ ਅਸੀਂ ਰਸੈਸ਼ਨ ਦੇ ਵੱਲ ਨੂੰ ਜਾ ਰਹੇ ਹਾਂ ਅਗਲੇ ਸਾਲ। ਇਹ ਇੱਦਾਂ ਦੀ ਰਿਪੋਰਟ ਜਿਹੜੀ ਆ ਇੱਕ ਸਾਰੇ ਥਾਵਾਂ ਦੇ ਉੱਤੋਂ ਕਿ ਮੋਟੇ ਤੌਰ 'ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਇੱਕ ਐਵਰੇਜ ਕੈਨੇਡੀਅਨ ਆ ਉਹਦਾ $3000 ਦੀ ਬਾਇੰਗ ਪਾਵਰ ਅਗਲੇ ਸਾਲ ਤੱਕ ਉਹ ਲੂਜ਼ ਕਰ ਸਕਦਾ। $3000 ਜਿਹੜੀ ਦੀ ਉਹਦੀ ਬਾਇੰਗ ਪਾਵਰ ਆ ਉਹ ਘਟ ਜਾਊਗੀ ਇੱਕ ਕੈਨੇਡੀਅਨ ਦੀ ਅਗਲੇ ਸਾਲ ਇਸ ਰਸੈਸ਼ਨ ਦੇ ਵਿੱਚ, ਐਕਸਪਰਟ ਕਹਿ ਸਕਦੇ ਸੀ, ਕਹਿ ਰਹੇ ਆ। ਹੁਣ ਉਹਦੇ ਤੋਂ ਬਾਅਦ ਇਹ ਸਰਵੇ ਇਸ ਗੱਲ ਨੂੰ ਸਹੀ ਸਿੱਧ ਕਰ ਰਿਹਾ। ਹਾਊਸਿੰਗ ਮਾਰਕੀਟ ਕੂਲ ਹੋ ਰਹੀ ਆ, ਅਨਐਮਪਲੋਇਮੈਂਟ ਲੈਵਲ ਜਿਹੜੇ ਉਹ ਦੱਸ ਰਹੇ ਆ ਕਿ ਜਿਹੜੀ ਸਾਡੀ ਇਕੋਨਮੀ ਆ ਉਹ ਵੀਕ ਹੋ ਰਹੀ ਆ। ਇਨਫਲੇਸ਼ਨ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਤੇ ਇਹ ਬਹੁਤ ਵੱਡਾ ਇਸ਼ੂ ਇਸ ਵੇਲੇ। ਗਰੋਸਰੀ ਦੀਆਂ ਕੀਮਤਾਂ ਪਹਿਲਾਂ ਬਹੁਤ ਵੱਡਾ ਇਸ਼ੂ ਰਿਹਾ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ। ਹੁਣ ਬਹੁਤੇ ਮੈਜੋਰਿਟੀ ਕੈਨੇਡੀਅਨ ਜਿਹੜੇ ਪ੍ਰੋਡਿਕਟ ਕਰ ਰਹੇ ਆ ਜਿਹੜਾ ਇਹ ਰਸੈਸ਼ਨ ਇਸ ਸਰਵੇ ਦੇ ਵਿੱਚ, ਤੇ ਜਿਹੜੇ ਮੇਲ ਨੇ ਉਹ ਜ਼ਿਆਦਾ ਇਹਦਾ ਜਵਾਬ ਦੇ ਰਹੇ ਆ ਰਸੈਸ਼ਨ ਦਾ, ਤੇ ਉਹ ਜ਼ਿਆਦਾ ਕਹਿ ਰਹੇ ਆ ਕਿ ਆਊਗਾ। ਦੂਜੇ ਪਾਸੇ ਜਿਹੜੀਆਂ ਫੀਮੇਲਸ ਨੇ, ਔਰਤਾਂ ਨੇ, ਉਹ ਘੱਟ ਕਹਿ ਰਹੀਆਂ ਕਿ ਮਤਲਬ ਉਹਨਾਂ ਦੀ ਗਿਣਤੀ ਘੱਟ ਆ ਜਿਹੜੀਆਂ ਇਹ ਕਹਿੰਦੀਆਂ ਕਿ ਰਸੈਸ਼ਨ ਆਊਗਾ। ਇਹਨੂੰ ਡਿਫਰੈਂਟ ਤਰੀਕੇ ਨਾਲ ਉਹ ਸਪਲਿਟ ਕਰਕੇ ਦੇਖਦੇ ਆ। ਏਜ ਦੀ ਬ੍ਰੈਕਟ ਦੇ ਵਿੱਚ ਜਦੋਂ ਸਪਲਿਟ ਕਰਕੇ ਦੇਖਦੇ ਆ ਤਾਂ ਜਿਹੜੇ 35 ਤੋਂ 54 ਸਾਲਾਂ ਦੇ ਵਿਚਕਾਰ ਵਾਲੇ ਲੋਕ ਆ ਉਹ ਬਹੁਤੇ ਇਹ ਯਕੀਨ ਕਰ ਰਹੇ ਆ ਕਿ 23 ਦੇ ਵਿੱਚ ਰਸੈਸ਼ਨ ਆਉਣਾ। 90% ਜਿਹੜੇ ਕਹਿ ਰਹੇ ਆ ਕਿ ਲਾਈਕਲੀ ਆ ਕਿ ਆਊਗਾ। ਜਦੋਂ 18 ਤੋਂ 34 ਵਾਲੇ ਦੇਖਦੇ ਆ ਉਹਦੇ ਵਿੱਚ ਘੱਟ ਲੋਕ ਆ ਜਿਹੜੇ ਇਹ ਕਹਿ ਰਹੇ ਆ ਕਿ ਰਸੈਸ਼ਨ ਆਊਗਾ। ਜੇ 82 ਸਾਲ ਤੋਂ ਉੱਪਰ ਵਾਲੇ ਦੇਖਦੇ ਆ ਉਹਨਾਂ ਦੇ ਵਿੱਚ ਵੀ 55 ਸਾਲ ਤੋਂ ਉੱਪਰ ਵਾਲੇ ਦੇਖਦੇ ਆ ਤਾਂ ਉਹ ਵੀ ਘੱਟ ਕਹਿ ਰਹੇ ਆ ਕਿ ਰਸੈਸ਼ਨ ਆਊਗਾ। ਮਤਲਬ ਜਿਹੜੀ ਵਿਚਕਾਰਲਾ ਉਮਰ ਵਰਗ ਆ 35 ਤੋਂ 54 ਸਾਲ ਵਾਲੇ, ਉਹ ਜਿਹੜੇ ਕੈਨੇਡੀਅਨ ਨੇ ਉਹ ਜ਼ਿਆਦਾ ਯਕੀਨ ਕਰ ਰਹੇ ਆ ਕਿ ਰਸੈਸ਼ਨ ਅਗਲੇ ਸਾਲ ਆਊਗਾ। ਸੋ ਇਹ ਗੱਲਬਾਤ ਆਪਣੇ ਆਪ ਦੇ ਵਿੱਚ ਬਹੁਤ ਰੌਲੇ ਗੋਲੇ ਵਾਲੀ ਆ। ਅਜੇ ਕਿਸੇ ਨੂੰ ਪਤਾ ਨਹੀਂ ਕਿ ਰਸੈਸ਼ਨ ਆਉਣਾ ਆ ਜਾਂ ਕੀ ਆਉਣਾ ਆ, ਜਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਕਿ ਅਸੀਂ ਆਲਰੇਡੀ ਰਸੈਸ਼ਨ ਦੇ ਵਿੱਚੋਂ ਲੰਘ ਰਹੇ ਹਾਂ, ਕਿ ਰਸੈਸ਼ਨ ਇਹੀ ਹੁੰਦਾ ਆ। ਬੈਂਕ ਆਫ ਕੈਨੇਡਾ ਨੇ ਜਿਹੜੇ ਇੰਟਰਸਟ ਰੇਟ ਆ ਉਹ ਲਗਾਤਾਰ ਵਧਾਏ ਆ, ਇੰਨੇ ਵਧਾ ਦਿੱਤੇ ਆ ਕਿ ਲੋਕਾਂ ਦੀ ਜਿਹੜੀ ਪਾਵਰ ਆ ਕੁਝ ਚੀਜ਼ ਖਰੀਦਣ ਦੀ ਉਹ ਨਹੀਂ ਰਹੀ। ਇਸ ਕਰਕੇ ਇੰਟਰਸਟ ਰੇਟ ਵਧਾ ਰਹੇ ਆ ਕਿਉਂਕਿ ਮਹਿੰਗਾਈ ਬਹੁਤ ਆ, ਮਹਿੰਗਾਈ ਜ਼ਿਆਦਾ ਆ, ਇੱਕ ਚੀਜ਼ਾਂ ਦੀ ਕਮੀ ਆ, ਚੀਜ਼ਾਂ ਘੱਟ ਆ, ਖਰੀਦਣ ਵਾਲੇ ਜ਼ਿਆਦਾ ਆ, ਚੀਜ਼ਾਂ ਦੀਆਂ ਕੀਮਤਾਂ ਵਧੀ ਜਾਂਦੀਆਂ। ਤੇ ਹੁਣ ਬੈਂਕ ਆਫ ਕੈਨੇਡਾ ਇੱਦਾਂ ਕਰ ਰਹੀ ਆ ਕਿ ਲੋਕਾਂ ਦੀ ਖਰੀਦਣ ਦੀ ਤਾਕਤ ਨੂੰ ਘਟਾ ਰਹੀ ਆ, ਵਿਆਜ ਦਰਾਂ ਵਧਾ ਕੇ, ਇੰਟਰਸਟ ਰੇਟ ਵਧਾ ਕੇ, ਕਿ ਲੋਕਾਂ ਕੋਲੇ ਕੋਈ ਚੀਜ਼ ਖਰੀਦਣ ਦੀ ਹਿੰਮਤ ਹੀ ਨਾ ਰਵੇ। ਤੇ ਜਦੋਂ ਉਹਨਾਂ ਦੇ ਕੋਲੇ ਪਾਵਰ ਨਹੀਂ ਹੈ ਕੋਈ ਚੀਜ਼ ਖਰੀਦਣ ਦੀ, ਤਾਂ ਕੁਦਰਤੀ ਤੌਰ ਦੇ ਉੱਤੇ ਉਹ ਚੀਜ਼ ਮਾਰਕੀਟ ਦੇ ਵਿੱਚ ਜ਼ਿਆਦਾ ਹੋ ਜਾਊਗੀ। ਚੀਜ਼ ਮਾਰਕੀਟ ਦੇ ਵਿੱਚ ਜ਼ਿਆਦਾ ਹੋ ਜਾਊਗੀ ਤੇ ਆਪਣੇ ਆਪ ਹੀ ਜਿਹੜਾ ਵੇਚਣ ਵਾਲਾ ਆ ਜਦੋਂ ਉਹਦੀ ਚੀਜ਼ ਪਈ ਆ ਉਹ ਥੱਲੇ ਸਿੱਟ ਕੇ ਵੇਚੂਗਾ ਤੇ ਕੀਮਤਾਂ ਥੱਲੇ ਆ ਜਾਣਗੀਆਂ, ਮਹਿੰਗਾਈ ਘਟ ਜਾਊਗੀ। ਇਸ ਫਾਰਮੂਲੇ ਦੇ ਉੱਤੇ ਬੈਂਕ ਆਫ ਕੈਨੇਡਾ ਕੰਮ ਕਰ ਰਹੀ ਆ। ਤੇ ਪਰ ਇਹਦੇ ਨਾਲ ਇਹ ਵੀ ਹੋ ਸਕਦਾ ਕਿ ਜਿਹੜੀ ਰਸੈਸ਼ਨ ਜ਼ਿਆਦਾ ਜਿਹੜੀਆਂ ਕੀਮਤਾਂ ਆ ਉਹ ਥੱਲੇ ਆ ਜਾਣ, ਜਿਹੜਾ ਲੋਕਾਂ ਦੀ ਪਾਵਰ ਆ ਉਹ ਥੱਲੇ ਆ ਜਾਵੇ ਚੀਜ਼ ਖਰੀਦਣ ਦੀ, ਪੈਸੇ ਲੋਕਾਂ ਕੋਲ ਬਚਣ ਹੀ ਨਾ, ਤੇ ਜਿਹੜਾ ਅਲਟੀਮੇਟਲੀ ਜਿਹਨੂੰ ਅਸੀਂ ਰਸੈਸ਼ਨ ਕਹਿ ਦਿੰਦੇ ਹਾਂ ਕਿ ਗੱਲਬਾਤ ਫਿਰ ਰਸੈਸ਼ਨ ਵਾਲੇ ਪਾਸੇ ਨੂੰ ਚਲੇ ਜਾਵੇ। ਅਗਲੀ ਜਿਹੜੀ ਗੱਲਬਾਤ ਆ ਅਸੀਂ ਕਰਨੀ ਆ ਉਹ ਕੈਨੇਡੀਅਨ ਫੂਡ ਬੈਂਕਸ ਦੇ ਬਾਰੇ ਆ। ਕੈਨੇਡੀਅਨ ਫੂਡ ਬੈਂਕਸ ਦੇ ਉੱਤੇ ਲਗਾਤਾਰ ਪ੍ਰੈਸ਼ਰ ਵੱਧ ਰਿਹਾ, ਖਾਸ ਕਰ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਜ਼ਿਟਸ ਆ ਇਹ ਬਹੁਤ ਜ਼ਿਆਦਾ ਹੋ ਗਈਆਂ, ਨੈਸ਼ਨਲ ਐਵਰੇਜ ਤੋਂ ਵੀ ਉੱਤੇ। ਫੂਡ ਬੈਂਕ ਕੀ ਆ? ਕੈਨੇਡਾ ਦੇ ਵਿੱਚ ਉਹ ਇੰਸਟੀਟਿਊਸ਼ਨਸ, ਉਹ ਥਾਵਾਂ ਜਿੱਥੇ ਫ੍ਰੀ ਖਾਣਾ ਖਿਲਾਇਆ ਜਾਂਦਾ ਲੋਕਾਂ ਨੂੰ। ਉਹ ਲੋਕ ਪਹਿਲਾਂ ਰਜਿਸਟਰ ਕਰਦੇ ਆ, ਕਈ ਵਾਰੀ ਉੱਦਾਂ ਵੀ ਆ ਜਾਂਦੇ ਆ, ਫਿਰ ਉਹ ਉੱਥੋਂ ਜਾ ਕੇ ਆਪਣਾ ਖਾਣਾ ਲੈਂਦੇ ਆ ਤਾਂ ਖਾਂਦੇ ਆ। ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਪਰ ਉਹ ਖਾਣਾ ਅਫੋਰਡ ਨਹੀਂ ਕਰ ਸਕਦੇ, ਹੋਮਲੈਸ ਨੇ, ਜਾਂ ਉਹਨਾਂ ਦੀ ਕੋਈ ਨਾ ਕੋਈ ਕਾਰਨ ਆ, ਉਹ ਫਿਰ ਉਹ ਫੂਡ ਬੈਂਕ ਤੋਂ ਜਾ ਕੇ ਜਿਹੜਾ
ਮੁਫਤ ਦਾ ਖਾਣਾ ਹੁੰਦਾ ਉਹ ਲੈ ਲੈਂਦੇ ਆ। ਉਹਦੇ ਵਿੱਚ ਵਿਜ਼ਿਟ ਲੋਕਾਂ ਦੀ ਬਹੁਤ ਵੱਧ ਗਈ ਆ, ਪੂਰੇ ਕੈਨੇਡਾ 'ਚ ਵਧੀ ਆ, ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੋਈ ਆ, ਜਾਂ ਨੈਸ਼ਨਲ ਐਵਰੇਜ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਿਆਦਾ ਆ। ਰਿਪੋਰਟ ਇਹ ਦੱਸ ਰਹੇ ਆ ਕਿ ਇਹ 25% ਵਧੀ ਆ ਪਿਛਲੇ ਸਮੇਂ ਤੋਂ ਜ਼ਿਆਦਾ, ਤੇ ਪੂਰੇ ਕੈਨੇਡਾ ਦੇ ਵਿੱਚ 15% ਵਧੀ ਆ, ਇੱਥੇ 25% ਵੱਧ ਗਈ। 1.5 ਮਿਲੀਅਨ ਵਿਜ਼ਿਟ ਹੋਈਆਂ ਫੂਡ ਬੈਂਕਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਾਰਚ 2022 ਦੇ ਵਿੱਚ, ਜਿਹੜੀਆਂ ਕਿ 1,63,000 ਸੀਗੀਆਂ ਜਿਹੜੀ BC ਦੀ ਰਿਪੋਰਟ ਦੇ ਵਿੱਚ ਜਿਹੜੀ ਗੱਲ ਦਰਜ ਕੀਤੀ ਗਈ ਸੀ। ਸੋ 1,63,000 BC ਦੇ ਵਿੱਚ ਤੇ 1.5 ਮਿਲੀਅਨ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਵਿਜ਼ਿਟ ਸੀਗੀਆਂ, ਇਹ ਆਮ ਨਾਲੋਂ ਕਾਫੀ ਜ਼ਿਆਦਾ ਆ। ਜਿੰਨੀ ਆਮ ਇਹਨਾਂ ਫੂਡ ਬੈਂਕਸ ਦੇ ਵਿੱਚ ਵਿਜ਼ਿਟ ਹੁੰਦੀ ਆ, ਉਹਦੇ ਤੋਂ ਜ਼ਿਆਦਾ ਵਿਜ਼ਿਟ ਇਹ ਹੋ ਰਹੀ ਹੈ। ਬਹੁਤ ਸਾਰੀਆਂ ਹੋਰ ਜਿਹੜੀਆਂ ਫੂਡ ਬੈਂਕਸ ਨੇ ਉਹ ਦੱਸ ਰਿਹਾ ਕਿ ਇਹਦਾ ਹੁਣ ਦੋਹਰਾ ਨੁਕਸਾਨ ਉਹਨਾਂ ਨੂੰ ਹੋ ਰਿਹਾ। ਲੋਕਾਂ ਦੀ ਵਿਜ਼ਿਟ ਵੱਧ ਗਈ, ਜਿਹੜੀ ਡੋਨੇਸ਼ਨ ਸੀ ਉਹ ਘਟ ਗਈ, ਕਿਉਂਕਿ ਚੱਲਣਾ ਤਾਂ ਅਲਟੀਮੇਟਲੀ ਉਹ ਲੋਕਾਂ ਦੇ ਸਿਰ ਦੇ ਉੱਤੇ ਹੀ ਆ। ਲੋਕਾਂ ਦੀ ਡੋਨੇਸ਼ਨ ਜਿਹੜੀ ਲੋਕਾਂ ਨੇ ਦੇਣੀ ਸੀ ਉਹ ਘੱਟ ਦਿੱਤੀ। ਜਿਹੜੀਆਂ ਇਹ ਫੂਡ ਬੈਂਕ ਆਪ ਖਾਣਾ ਖਰੀਦਦੀਆਂ, ਖਰੀਦ ਕੇ ਉਹਨੂੰ ਬਣਾ ਕੇ ਹੀ ਗਾਂਹ ਦਿੰਦੀਆਂ, ਉਹਦੀਆਂ ਕੀਮਤਾਂ ਵੱਧ ਗਈਆਂ। ਸੋ ਤਿੰਨ ਪਾਸਿਆਂ ਦੀ ਮਾਰ ਇਸ ਵੇਲੇ ਇਹਨਾਂ ਫੂਡ ਬੈਂਕਸ ਦੇ ਉੱਤੇ ਪੈ ਰਹੀ ਹੈ। ਜਿਹੜੇ ਖਾਣਾ ਖਾਣ ਵਾਲੇ ਨੇ ਉਹ ਵੱਧ ਗਏ, ਕਿਉਂਕਿ ਤੰਗੀ 'ਚ ਆ ਲੋਕ, ਜਿੱਥੋਂ ਇਹ ਚੀਜ਼ ਲੈ ਕੇ ਖਾਣਾ ਗਾ ਬਣਾ ਕੇ ਦਿੰਦੇ, ਉਹਦੀਆਂ ਕੀਮਤਾਂ ਵੱਧ ਗਈਆਂ ਕਿਉਂਕਿ ਮਹਿੰਗਾਈ ਆ। ਲੋਕਾਂ ਕੋਲੇ ਪੈਸਾ ਬਚਿਆ ਨਹੀਂ ਮਹਿੰਗਾਈ ਕਰਕੇ, ਤੇ ਜਿੰਨੀ ਇਹਨਾਂ ਨੂੰ ਡੋਨੇਸ਼ਨ ਆਉਂਦੀ ਸੀ ਉਹ ਘਟ ਗਈ। ਸੋ ਇਸ ਵੇਲੇ ਬਹੁਤ ਵੱਡਾ ਪ੍ਰੈਸ਼ਰ ਇਹਨਾਂ ਦੇ ਉੱਤੇ ਪੈ ਰਿਹਾ ਹੈ। ਜਿਹੜੇ ਮਾਰਜਨਲਾਈਜ਼ ਲੋਕ ਨੇ, ਜਿਨ੍ਹਾਂ ਦੇ ਵਿੱਚ ਇੰਡੀਜੀਨੀਅਸ ਲੋਕ ਨੇ, ਕੁਛ ਇਮੀਗ੍ਰੈਂਟਸ ਨੇ, ਰਿਫਿਊਜੀਜ਼ ਨੇ, ਤੇ ਕੁਛ ਜਿਹੜੇ ਡਿਸੇਬਿਲਿਟੀ ਵਾਲੇ ਲੋਕ ਨੇ ਜ਼ਿਆਦਾ। ਇੱਕ ਹੋਰ ਗੱਲ ਬੜੀ ਧਿਆਨ ਦੇਣ ਵਾਲੀ ਆ ਕਿ ਸਟੂਡੈਂਟਸ ਦੀ ਗਿਣਤੀ ਜਿਹੜੀ ਬਹੁਤ ਵੱਧ ਰਹੀ ਹੈ ਇਹਨਾਂ ਫੂਡ ਬੈਂਕ ਸਰਵਿਸਿਜ਼ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਜਿਹੜੇ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨਹੀਂ, ਜਿਹੜੇ ਸਾਰੇ ਓਵਰਆਲ ਸਟੂਡੈਂਟਸ ਨੇ, ਉਹ ਬਹੁਤ ਇੱਧਰਲੇ ਪਾਸੇ ਜਾ ਰਹੇ ਆ। ਰੀਸੈਂਟ ਰਿਪੋਰਟ ਜਿਹੜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਈ ਸੀ ਕਿ ਸਟੂਡੈਂਟ ਸੁਸਾਇਟੀ ਦੱਸ ਰਹੀ ਆ ਕਿ 500% ਇਨਕਰੀਜ਼ ਹੋਈ ਆ ਇਹਨਾਂ ਦੀ ਵਿਜ਼ਿਟਸ ਦੇ ਵਿੱਚ, ਸਟੂਡੈਂਟ ਵਿਜ਼ਿਟਸ ਦੇ ਸਟੂਡੈਂਟ ਫੂਡ ਬੈਂਕਸ ਦੇ ਉੱਤੇ 500%। ਸੋ ਇਹ ਵਾਧਾ ਵੀ ਦੇਖਿਆ ਜਾ ਸਕਦਾ। ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਤਿੰਨਾਂ ਦੇ ਵਿੱਚੋਂ ਇੱਕ ਜਣਾ ਇਹ ਫੂਡ ਬੈਂਕ ਦੇ ਵਿੱਚ ਪਹੁੰਚ ਰਿਹਾ ਉਹ ਬੱਚਾ ਆ। ਮਤਲਬ 1 in 3 ਜਿਹੜਾ ਇਹ ਫੂਡ ਬੈਂਕ ਦੇ ਵਿੱਚ ਪਹੁੰਚਣ ਵਾਲਾ ਇੱਕ ਬੱਚਾ ਆ। ਮਤਲਬ ਬੱਚਿਆਂ ਦੇ ਵਿੱਚ ਵੀ ਹੰਗਰ ਜਾਂ ਇੱਥੇ ਭੁੱਖ ਜਿਹੜੀ ਆ, ਜਾਂ ਨਾ ਪੂਰਾ ਫੂਡ ਮਿਲਣ ਦੀ ਸਮੱਸਿਆ ਕਿੱਡੀ ਵੱਡੀ ਆ। ਫੂਡ ਬੈਂਕਸ ਜਿਹੜੀਆਂ ਇੰਡੀਵਿਜੂਅਲੀ ਵੀ ਸਰਵ ਕਰ ਰਹੀਆਂ ਇਹਨਾਂ ਸਾਰਿਆਂ ਦੇ ਲਈ, ਫੁੱਲ ਟਾਈਮ ਜੌਬਸ ਵੀ ਆ, ਤੇ ਕਈ ਤਰੀਕੇ ਦੇ ਨਾਲ ਇਹ ਕਰ ਰਹੇ ਆ। ਡੋਨੇਸ਼ਨ ਇਸ ਵੇਲੇ ਇਹਨਾਂ ਫੂਡ ਬੈਂਕਸ ਦੇ ਵਿੱਚ ਡਾਊਨ ਆ, ਉਹਦੇ ਲਈ ਵੀ ਉਹ ਕਰ ਰਹੇ ਆ ਕਿ ਡੋਨੇਸ਼ਨ ਘਟੀ ਆ, ਤੇ ਇਸ ਕਰਕੇ ਵੀ ਸਾਡੇ ਕੋਲ ਹੋਇਆ। ਔਰ ਜਿਹੜੀ ਡੋਨੇਸ਼ਨ ਆ ਉਹ 30% ਤੱਕ ਥੱਲੇ ਆ ਗਈ ਆ ਇਸ ਸਮੇਂ ਦੇ ਵਿੱਚ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਇਹਨਾਂ ਫੂਡ ਬੈਂਕਸ ਦੇ ਉੱਤੇ ਪੈ ਰਿਹਾ ਆ, ਜਿਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਜਾਂ ਤਾਂ ਲੋਕ ਜ਼ਿਆਦਾ ਡੋਨੇਟ ਕਰਨ, ਜਾਂ ਮਹਿੰਗਾਈ ਘਟ ਜਾਵੇ, ਤੇ ਜਾਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਉਹ ਇਹਨਾਂ ਫੂਡ ਬੈਂਕਸ ਦੇ ਲਈ ਕੰਮ ਕਰ ਰਹੀਆਂ ਆ, ਇਹਨਾਂ ਦੇ ਲਈ ਪੈਸੇ ਇਕੱਠੇ ਕਰਕੇ ਦੇ ਰਹੀਆਂ ਇਹਨਾਂ ਦੇ ਨੂੰ, ਤੇ ਜਿਹੜੇ ਹੋਰ ਆਲੇ ਦੁਆਲੇ ਨੇ ਉੱਥੇ ਵੀ ਯਤਨ ਕੀਤੇ ਜਾ ਰਹੇ ਆ ਤਾਂ ਕਿ ਇਹਨਾਂ ਨੂੰ ਫੂਡ ਦਿੱਤਾ ਜਾ ਸਕੇ। ਬਹੁਤ ਸਾਰੀ ਹੈਲਪ ਇਹਨਾਂ ਦੇ ਲਈ ਦਿੱਤੀ ਜਾ ਰਹੀ ਆ, ਤੇ ਇਹ ਜਿਹੜਾ 5000 ਤੋਂ ਲੈ ਕੇ 2.5 ਲੱਖ ਪਾਊਂਡਸ ਦਾ ਫੂਡ ਜਿਹੜਾ ਸਾਲ ਦੇ ਵਿੱਚ ਕਈ ਫੂਡ ਬੈਂਕਾਂ ਜਿਹੜੀਆਂ ਡਿਲੀਵਰ ਕਰ ਰਹੀਆਂ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਇਸ ਸੰਕਟ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਮਦਦ ਦੀ ਲੋੜ ਆ। ਜਸਕੀਰਤ ਸਿੱਧੂ ਇੱਕ ਬਹੁਤ ਨਾਂ ਚਰਚਾ ਦੇ ਵਿੱਚ ਆਇਆ ਸੀ। ਇਹ ਨੌਜਵਾਨ ਟਰੱਕ ਚਲਾਉਂਦਾ ਸੀ, ਕੈਲਗਰੀ ਦਾ ਰਹਿਣ ਵਾਲਾ ਸੀ। ਹੰਬੋਲਟ ਦੇ ਵਿੱਚ ਟਰੱਕ ਚਲਾਉਂਦਾ, ਉੱਥੇ ਇੱਕ ਹੰਬੋਲ ਬ੍ਰੌਂਕਸ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ। ਸਟਾਪ ਸਾਈਨ ਇਹਨੇ ਦੇਖਿਆ ਨਹੀਂ ਸੀ। ਟਰੱਕ ਦੇ ਪਿੱਛੇ ਜਿਹੜੀ ਤਰਪਾਲ ਹੁੰਦੀ ਆ ਉਹ ਕਿਸੇ ਤਰ੍ਹਾਂ ਉੱਡਦੀ ਸੀ, ਉੱਧਰ ਨੂੰ ਧਿਆਨ ਚਲੇ ਗਿਆ, ਤੇ ਅੱਗੇ ਸਟਾਪ ਸਾਈਨ ਮਿਸ ਹੋ ਗਿਆ, ਤੇ ਸਟਾਪ ਸਾਈਨ ਕ੍ਰੋਸ ਕਰ ਗਿਆ। ਉੱਧਰੋਂ ਇੱਕ ਬੱਸ ਆਉਂਦੀ ਸੀ ਜਿਹਦੇ ਵਿੱਚ ਹਾਕੀ ਦੀ ਟੀਮ ਦੇ, ਜੂਨੀਅਰ ਹਾਕੀ ਦੀ ਟੀਮ ਦੇ ਖਿਡਾਰੀ ਸੀਗੇ। ਟਰੱਕ ਸਿੱਧਾ ਬੱਸ ਦੇ ਵਿੱਚ ਲੱਗਾ, ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। 2018 ਦੀ ਇਹ ਗੱਲ ਆ। ਤੇ ਇਸ ਜਸਕੀਰਤ ਸਿੱਧੂ ਨੇ, ਸਸਕੈਚੁਅਨ ਦਾ ਇੱਕ ਪੇਂਡੂ ਇਲਾਕਾ ਸੀ ਜਿੱਥੇ ਇਹ ਹਾਦਸਾ ਵਾਪਰਿਆ ਸੀ, ਇਹਨੇ ਬਾਅਦ ਵਿੱਚ ਸਵੀਕਾਰ ਕਰ ਲਿਆ ਕਿ ਹਾਂਜੀ ਮੇਰੇ ਕੋਲੋਂ ਇਹ ਹਾਦਸਾ ਹੋਇਆ, ਤੇ ਜਿਹਦੇ ਕਰਕੇ ਇਸ ਹਾਦਸੇ ਦੇ ਵਿੱਚ 16 ਮੌਤਾਂ ਹੋ ਗਈਆਂ ਸੀ, 13 ਜਣੇ ਜ਼ਖਮੀ ਹੋਏ ਸੀ। ਇਸ ਨੌਜਵਾਨ ਨੇ ਮੰਨ ਲਿਆ ਸੀ ਕਿ ਹਾਂ ਮੇਰੇ ਕੋਲ ਇਹ ਗੱਲਬਾਤ ਹੋਈ। ਨੌਜਵਾਨ ਇੱਥੇ ਦਾ ਪਰਮਾਨੈਂਟ ਰੈਜ਼ੀਡੈਂਸ ਆ, ਮਤਲਬ ਇਹ ਇੱਥੇ ਸਿਟੀਜ਼ਨ ਨਹੀਂ ਆ, PR
ਤੇ ਸਿਟੀਜ਼ਨ ਦੇ ਵਿੱਚ ਫਰਕ ਇਹ ਹੁੰਦਾ ਕਿ ਪੀਆਰ ਕੈਨੇਡਾ ਦੇ ਵਿੱਚ ਵੋਟ ਨਹੀਂ ਪਾ ਸਕਦਾ। ਜਿਹੜਾ ਪਰਮਾਨੈਂਟ ਰੈਜ਼ੀਡੈਂਸ ਆ ਉਹਨੂੰ 5 ਸਾਲਾਂ ਦੇ ਵਿੱਚੋਂ 3 ਸਾਲ ਜਾਂ 2 ਸਾਲ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਰਹਿਣੇ ਜ਼ਰੂਰੀ ਹੁੰਦੇ ਆ। ਸਿਟੀਜ਼ਨ ਦੇ ਉੱਤੇ ਸ਼ਰਤਾਂ ਲਾਗੂ ਨਹੀਂ ਹੁੰਦੀਆਂ, ਉਹ ਜਾ ਵੀ ਸਕਦਾ ਆ ਤੇ ਆਪਣਾ ਵੋਟ ਵੀ ਪਾ ਸਕਦਾ ਆ। ਤੇ ਇਹਦੇ ਵਿੱਚ ਇੱਕ ਸ਼ਰਤ ਇਹ ਹੁੰਦੀ ਆ ਕਿ ਜਦੋਂ ਕੋਈ ਇਦਾਂ ਦਾ ਕ੍ਰਾਈਮ ਹੋ ਜਾਵੇ ਜਾਂ ਇਦਾਂ ਦੀ ਗਲਤੀ ਹੋ ਜਾਵੇ ਜਿਹਦੇ ਵਿੱਚ ਇੱਕ ਖਾਸ ਸਮੇਂ ਤੋਂ ਵੱਧ ਸਜ਼ਾ ਹੋ ਸਕਦੀ ਹੋਵੇ, ਤਾਂ ਜਿਹੜਾ ਪੀਆਰ ਹੁੰਦਾ ਆ ਉਹਨੂੰ ਡਿਪੋਰਟ ਕੀਤਾ ਜਾ ਸਕਦਾ ਹੁੰਦਾ, ਉਹ ਜਿੱਥੋਂ ਆਇਆ, ਜਿਹੜੇ ਦੇਸ਼ ਦੇ ਵਿੱਚੋਂ ਵੀ। ਸਿਟੀਜ਼ਨ ਨੂੰ ਇਦਾਂ ਨਹੀਂ ਕੀਤਾ ਜਾ ਸਕਦਾ ਹੁੰਦਾ। ਸੋ ਉਹਨਾਂ ਨਿਯਮਾਂ ਦੇ ਤਹਿਤ ਹੁਣ ਕਿਉਂਕਿ ਇਹਦੇ ਤੋਂ ਹਾਦਸਾ ਵੱਡਾ ਵਾਪਰ ਗਿਆ, 16 ਜਣਿਆਂ ਦੀ ਮੌਤ ਹੋ ਗਈ, 13 ਜਣੇ ਜ਼ਖਮੀ ਹੋ ਗਏ, ਤੇ ਕੁਦਰਤੀ ਤੌਰ ਤੇ ਫਿਰ ਜਿਹੜੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਆ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਵਾਪਸ ਭੇਜ ਦਿੱਤਾ ਜਾਵੇ, ਡਿਪੋਰਟ ਕਰ ਦਿੱਤਾ ਜਾਵੇ। ਮਾਮਲਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਜਿਹੜਾ ਬੋਰਡ ਆ ਉਹਦੇ ਕੋਲ ਚਲੇ ਗਿਆ ਸੀ ਤੇ ਉਹਨਾਂ ਨੇ ਫਿਰ ਫੈਸਲਾ ਲੈਣਾ ਸੀ ਕਿ ਇਹਨੂੰ ਇੰਡੀਆ ਵਾਪਸ ਭੇਜ ਦਿਓ। ਮਾਈਕਲ ਗ੍ਰੀਨ ਇਹਦਾ ਵਕੀਲ ਆ ਜਸਕੀਰਤ ਸਿੱਧੂ ਦਾ, ਉਹਨੇ ਫੈਡਰਲ ਅਦਾਲਤ ਦੇ ਵਿੱਚ ਇਹ ਕੇਸ ਕੀਤਾ ਸੀ ਮੁੜ ਕੇ, ਤੇ ਹੁਣ ਇਹ ਸਾਰੇ ਕੁਝ ਦੇ ਵਿੱਚ ਜਿਹੜੀਆਂ ਲਿਖਤੀ ਜਲੀਲਾਂ ਸੀ ਸਾਰਾ ਕੁਝ ਉੱਥੇ ਦਾਇਰ ਹੋਇਆ। ਜਿਹੜੇ ਪਰਿਵਾਰਾਂ ਦੇ ਬੱਚੇ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਸੀ, ਬਹੁਤਿਆਂ ਦੇ ਉਹਨਾਂ ਦੇ ਘਰਦਿਆਂ ਨੇ ਵੀ ਜਸਕੀਰਤ ਸਿੱਧੂ ਦੇ ਹੱਕ ਦੇ ਵਿੱਚ ਕਿਹਾ ਸੀ ਵੀ ਇਹਨੂੰ ਨਾ ਭੇਜੋ ਵਾਪਸ, ਕਿਉਂਕਿ ਇਸ ਦੀ ਗਲਤੀ ਭਾਵੇਂ ਸੀਗੀ ਪਰ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ, ਔਰ ਉਹ ਬੰਦਾ ਮੰਨ ਰਿਹਾ ਹੈ ਕਿ ਮੇਰੇ ਕੋਲ ਇਹ ਹਾਦਸਾ ਵਾਪਰ ਗਿਆ ਤੇ ਇਹਨੂੰ ਵੀ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ, ਜਿਹਨੂੰ ਨਾ ਜਾਣ ਦਿੱਤਾ ਜਾਵੇ। ਉਹਦੀ ਵਾਈਫ ਨੇ ਜਸਕੀਰਤ ਸਿੱਧੂ ਨੇ ਬਹੁਤ ਵਾਰੀ ਕਿਹਾ ਸੀ ਕਿ ਅਸੀਂ ਫੈਮਿਲੀ ਇੱਥੇ ਇਕੱਲੀ ਆ, ਸਾਡਾ ਕੀ ਬਣੂਗਾ। ਤੇ ਬਹੁਤ ਸਾਰੇ ਲੋਕਾਂ ਨੇ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਇਹ ਕਿਹਾ ਸੀ। ਜੁਲਾਈ ਦੇ ਵਿੱਚ ਇਹਨੂੰ ਡੇ ਪੈਰੋਲ ਮਿਲ ਗਈ ਸੀ ਜਸਕੀਰਤ ਸਿੰਘ ਸਿੱਧੂ ਨੂੰ, 6 ਮਹੀਨੇ ਦੀ ਡੇ ਪੈਰੋਲ ਦਿੱਤੀ ਗਈ ਸੀ। ਮਤਲਬ ਜਦੋਂ ਜੇਲ੍ਹ ਦੇ ਵਿੱਚੋਂ ਥੋੜ੍ਹੇ ਸਮੇਂ ਦੇ ਲਈ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਵੇ, ਉਹਨੂੰ ਡੇ ਪੈਰੋਲ ਕਹਿ ਦਿੰਦੇ ਆ ਕਿ ਬੰਦਾ ਦਿਨ ਵੇਲੇ ਬਾਹਰ ਜਾ ਸਕਦਾ ਜਾਂ ਕੋਈ ਸ਼ਰਤਾਂ ਹੁੰਦੀਆਂ ਉਹਦੇ ਉੱਤੇ ਵਾਪਸ ਜਾ ਸਕਦਾ। ਜਦੋਂ ਰਾਤ ਪੈ ਜਾਂਦੀ ਮੁੜ ਕੇ ਵਾਪਸ ਫਿਰ ਉੱਥੇ ਆਉਂਦਾ, ਜਿਹੜਾ ਉਹ ਆਫੀਸਰ ਹੁੰਦਾ ਉਹਨੂੰ ਲਗਾਤਾਰ ਮਿਲਣਾ ਹੁੰਦਾ ਆ, ਤੇ ਮਤਲਬ ਕਈ ਸ਼ਰਤਾਂ ਹੁੰਦੀਆਂ ਉਹਦੇ ਉੱਤੇ ਵੀ ਜਿਹੜੇ ਬੱਚਿਆਂ ਦੀ ਮੌਤ ਹੋਈ ਆ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਨਹੀਂ ਮਿਲਣਾ, ਕੁਝ ਹੋਰ ਨਹੀਂ ਕਰਨਾ। ਇਹ ਮਾਮਲਾ ਜਿਹੜਾ ਹੁਣ ਫਿਰ ਇੱਕ ਵਾਰੀ ਚਰਚਾ ਦੇ ਵਿੱਚ ਆਇਆ ਕਿ ਭਾਵੇਂ ਕਿ ਉਹਦੀ ਡੈਪੂਟੇਸ਼ਨ ਦਾ ਸਾਰਾ ਕੁਝ ਹੋ ਚੁੱਕਾ ਆ, ਉਹਨੂੰ ਅਦਾਲਤ ਦੇ ਵਿੱਚ ਅਪੀਲ ਕਰਨ ਦੀ ਇਜਾਜ਼ਤ ਵੀ ਦਿੱਤੀ ਜਾਂਦੀ ਆ, ਤੇ ਜੇ ਉਹ ਮਤਲਬ ਸਫਲ ਹੋ ਜਾਂਦਾ ਇਸ ਗੱਲ ਦੇ ਵਿੱਚ ਤਾਂ ਫਿਰ ਦੁਬਾਰਾ ਫਿਰ ਵਾਪਸ ਇਹਨੂੰ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੂੰ ਉਹ ਕੇਸ ਭੇਜ ਦਿੰਦੇ ਵੀ ਤੁਸੀਂ ਇਹਨੂੰ ਦੁਬਾਰਾ ਰਿਵਿਊ ਕਰੋ, ਇਹਦੇ ਉੱਤੇ ਦੁਬਾਰਾ ਇੱਕ ਵਾਰੀ ਤੁਸੀਂ ਸੋਚੋ ਵੀ ਇਹਨੂੰ ਜੇ ਰੋਕ ਸਕਦੇ ਆ ਜਾਂ ਤੁਸੀਂ ਭੇਜਣਾ। ਹੁਣ ਜਿਹੜਾ ਜੱਜ ਆ ਉਹਨੇ ਫਿਰ ਕੁਝ ਟਿੱਪਣੀਆਂ ਕੀਤੀਆਂ ਸੀ। ਫੰਡ ਰੇਜ਼ ਵੀ ਇਕੱਠਾ ਕੀਤਾ ਗਿਆ ਸੀ ਇਹਦੇ ਲਈ ਕਿ ਇਹਨੂੰ ਕੈਨੇਡਾ ਦੇ ਵਿੱਚ ਰੱਖਣ ਦੇ ਲਈ ਮਦਦ ਕੀਤੀ ਜਾਵੇ, ਫੰਡ ਰੇਜ਼ ਕੀਤਾ ਜਾਵੇ। ਉਹਦੇ ਵਿੱਚ ਹੀ ਦੱਸਦੇ ਆ ਕਿ 42,000 ਤੋਂ ਜ਼ਿਆਦਾ ਡਾਲਰ ਇਕੱਠਾ ਹੋਇਆ ਸੀ, ਔਰ ਇਹਦੀ ਪਤਨੀ ਜਸਕੀਰਤ ਸਿੱਧੂ ਦੀ ਤਨਵੀਰ ਮਾਨ ਜਿਹੜੀ ਕਿ ਕੈਨੇਡੀਅਨ ਨਾਗਰਿਕ ਆ, ਉਹਨੇ ਕਿਹਾ ਸੀ ਵੀ ਇਹਨੇ ਗਲਤੀ ਕੀਤੀ ਆ ਤੇ ਪਰ ਇਹਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ, ਉਹ ਲੜਾਈ ਲੜ ਰਹੀ ਆ ਇਹਦੇ ਲਈ। ਸੋ ਹੁਣ ਲੱਗਦਾ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਕੋਈ ਨਾ ਕੋਈ ਬਹਿਸ ਹੋਊਗੀ ਤੇ ਉਸ ਬਹਿਸ ਦੇ ਵਿੱਚ ਪੱਖ ਸੁਣ ਕੇ ਹੋ ਸਕਦਾ ਜਿਹੜਾ ਇਹ ਫੈਸਲਾ ਲੈ ਲਿਆ ਜਾਵੇ। ਪਰ ਜਿੱਦਾਂ ਜਿੱਦਾਂ ਇਹ ਕੇਸ ਅੱਗੇ ਵੱਧ ਰਿਹਾ ਆ ਉੱਦਾਂ ਇਹਦੇ ਵਿੱਚ ਬਣਨਾ ਕੀ ਆ, ਲੋਕਾਂ ਦੀ ਵੀ ਨਿਗਾਹ ਇਸ ਗੱਲ ਤੇ ਟਿਕੀ ਆ, ਔਰ ਬਹੁਤ ਗਿਣਤੀ ਕਿ ਲਗਭਗ ਸਾਰਾ ਪੰਜਾਬੀ ਭਾਈਚਾਰਾ ਤੇ ਜਿਹੜਾ ਦੂਜਾ ਭਾਈਚਾਰਾ ਉਹ ਇਹ ਚਾਹੁੰਦਾ, ਬਹੁਤ ਗਿਣਤੀ ਸਾਰੀ, ਕਿ ਜਿਹੜਾ ਵੀ ਇਹ ਹੰਬੋਲਟ ਬ੍ਰੋਂਕਸ ਦੇ ਵਿੱਚ ਬੱਸ ਹਾਦਸਾ ਹੋਇਆ ਸੀ ਇਹਦੇ ਕੋਲੋਂ ਜਸਕੀਰਤ ਸਿੰਘ ਸਿੱਧੂ ਕੋਲੋਂ ਉਹਦੀ ਬਣਦੀ ਸਜ਼ਾ ਨੂੰ ਇੱਥੇ ਜੇਲ੍ਹ ਦੇ ਵਿੱਚ ਦੇ ਦਿੱਤੀ ਜਾਵੇ, ਇਹਨੂੰ ਡਿਪੋਰਟ ਨਾ ਕੀਤਾ ਜਾਵੇ, ਕਿਉਂਕਿ ਇਹਨੂੰ ਡਿਪੋਰਟ ਕਰਨ ਦੇ ਨਾਲ ਜਿੱਥੇ ਇਹ ਤਾਂ ਡਿਪੋਰਟ ਹੋ ਹੀ ਰਿਹਾ, ਜਿਹੜਾ ਇੱਥੇ ਰਹਿ ਰਿਹਾ ਉਹਦਾ ਪਰਿਵਾਰ ਆ ਉਹਦੇ ਉੱਤੇ ਵੀ ਉਹਨੂੰ ਇੱਕ ਮਤਲਬ ਅਣਚਾਹੀ ਸਜ਼ਾ ਵੀ ਭੁਗਤਣੀ ਪੈ ਰਹੀ ਆ। ਲੱਗਦਾ ਇਸ ਮਾਮਲੇ ਦੇ ਵਿੱਚ ਅੱਗੇ ਸੁਣਵਾਈ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗੀ, ਤੇ ਜਿਹੜਾ ਫੈਸਲਾ ਆ ਕਿ ਉਹਨੂੰ ਭਾਰਤ ਡਿਪੋਰਟ ਕੀਤਾ ਜਾਣਾ ਇਹਦੇ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ, ਇਹਦੇ 'ਤੇ ਵਿਚਾਰ ਕਰਨ ਦੀ ਸੰਭਾਵਨਾ ਆਉਣ ਵਾਲੇ ਸਮੇਂ ਦੇ ਵਿੱਚ ਵੱਧਦੀ ਨਜ਼ਰ ਆ ਰਹੀ ਹੈ। ਅਗਲੀ ਗੱਲਬਾਤ ਦੋਸਤੋ ਵੈਸਟਜੈਟ ਫਲਾਈਟਸ ਦੇ ਬਾਰੇ ਕਰਨੀ ਆ। ਫਲਾਈਟਸ ਦਾ ਤੇ ਜਿਹੜੇ ਲੋਕ ਉਹਦੇ 'ਚ ਯਾਤਰੀ ਟਰੈਵਲ ਕਰਦੇ ਆ ਉਹਨਾਂ ਦੇ ਆਪਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਡਿਸਪਿਊਟ ਹੋਏ ਆ। ਫਲਾਈਟਾਂ ਲੇਟ ਹੋ ਗਈਆਂ, ਕਿੰਨਾ ਕੁਛ ਹੋ ਜਾਂਦਾ, ਕਈ ਘਟਨਾਵਾਂ ਵਾਪਰ ਜਾਂਦੀਆਂ, ਤੇ ਪਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਫਲਾਈਟਸ ਨੇ ਜਾਂ ਇਹ ਏਅਰਲਾਈਨਸ ਨੇ ਇਹ ਪਿੱਛੇ ਹਟ ਜਾਂਦੀਆਂ ਕਿ ਅਸੀਂ ਇਹਦੇ ਲਈ ਕੁਛ ਨਹੀਂ ਕਰ ਸਕਦੇ। ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਵੀ ਕੁਛ ਵੀ ਕੰਪਨਸੇਸ਼ਨ ਨਾ ਦਿੱਤੀ ਜਾਵੇ। 2 ਮਹੀਨਾ ਕੁ ਪਹਿਲਾਂ ਦੀ ਗੱਲਬਾਤ ਦੱਸਦੇ ਆ, ਨਵੰਬਰ 3 ਦੀ ਵੈਸਟਜੈਟ ਦੀ ਫਲਾਈ ਸੀ WS 2703। ਇਹਨੇ ਮੌਂਟੇਗੋ ਬੇ ਜਿਹੜਾ ਕਿ ਅਫਰੀਕਾ ਦੇ ਵਿੱਚ ਉੱਧਰ ਕੋਂਗਾ ਦੇ ਵਿੱਚ ਹੈਗਾ ਆ, ਉੱਥੋਂ ਫਲਾਈਟ ਚੱਲਣੀ ਸੀ ਤੇ ਟੋਰਾਂਟੋ ਦੇ ਆਉਣੀ ਸੀ, ਫਲਾਈਟ ਕੈਂਸਲ ਹੋ ਗਈ।
ਬੋਰਡਿੰਗ ਕੰਪਲੀਟ ਹੋ ਗਈ ਸੀ ਪਰ ਜਿਹੜੀ ਕੈਬਨ ਦੇ ਵਿੱਚ ਏਸੀ ਨਹੀਂ ਸੀ ਚੱਲਦਾ। ਮਤਲਬ ਬੰਦੇ ਜਹਾਜ਼ ਦੇ ਵਿੱਚ ਬਿਠਾ ਲਏ ਤੇ ਏਸੀ ਚੱਲਦਾ ਨਹੀਂ ਸੀ ਤੇ ਗਰਮੀ ਇੰਨੀ ਹੋ ਗਈ ਵੀ ਲੋਕਾਂ ਦਾ ਸਾਹ ਬੰਦ ਹੋਣ ਨੂੰ ਫਿਰਦਾ ਸੀ, ਬੁਰਾ ਹਾਲ ਹੋ ਗਿਆ ਤੇ ਲੋਕ ਤੰਗ ਹੋਏ ਤੇ ਅਲਟੀਮੇਟਲੀ ਫਲਾਈਟ ਜਿਹੜੀ ਆ ਉਹ ਉੱਥੋਂ ਕੈਂਸਲ ਕਰਨੀ ਪਈ। 3 ਨਵੰਬਰ ਦੀ ਇਹ ਘਟਨਾ ਆ। ਬਹੁਤ ਸਾਰੇ ਲੋਕ ਬੋਰਡ ਦੇ ਉੱਤੇ ਸੀਗੇ, ਉੱਥੇ ਕੁਛ ਇੱਥੇ ਵੈਨਕੂਵਰ ਦੇ ਵੀ ਸੀਗੇ, ਉਹਨਾਂ ਨੇ ਉੱਥੇ ਟੋਰਾਂਟੋ ਤੋਂ ਬਾਅਦ ਇੱਥੇ ਵੈਨਕੂਵਰ ਆਉਣਾ ਸੀਗਾ। ਤੇ ਉਹਦੇ ਤੋਂ ਬਾਅਦ ਜਿਹੜਾ ਜੋ ਕੁਛ ਹੋਇਆ ਫਿਰ ਹੁਣ ਉਹ ਨਹੀਂ ਚੱਲੀ ਤੇ ਵਾਪਸ ਇਹਨਾਂ ਨੂੰ ਲਾ ਕੇ ਤੇ ਗੇਟ ਦੇ ਉੱਤੇ ਭੇਜ ਦਿੱਤਾ ਗਿਆ ਵੀ ਤੁਸੀਂ ਜਾਓ। ਤੇ ਜਿਹੜਾ ਉਹ ਕਰੂ ਜਿਹੜੇ ਲੋਕ ਜਦੋਂ ਹੁਣ ਬਾਹਰ ਆਏ ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਸਾਡੇ ਨਾਲ ਆਹ ਕੁਛ ਅੰਦਰ ਵਾਪਰਿਆ ਤੇ ਉਹਨਾਂ ਨੇ ਕੰਪਨਸੇਸ਼ਨ ਦੇ ਲਈ ਅਪਲਾਈ ਕੀਤਾ ਵੀ ਸਾਨੂੰ ਕੰਪਨਸੇਟ ਕੀਤਾ ਜਾਵੇ ਵੀ ਤੁਸੀਂ ਸਾਡੇ ਨਾਲ, ਕਿਉਂਕਿ ਜਹਾਜ਼ ਦੇ ਵਿੱਚ ਬੈਠ ਗਏ ਹੋ ਏਸੀ ਚੱਲ ਨਹੀਂ ਰਿਹਾ ਤੇ ਗਰਮੀ ਇੰਨੀ ਜ਼ਿਆਦਾ ਹੋ ਗਈ, ਟੈਂਪਰੇਚਰ ਇੰਨਾ ਜ਼ਿਆਦਾ ਵੱਧ ਗਿਆ ਕਿ ਲੋਕਾਂ ਦੀ ਬੁਰੀ ਹਾਲਤ ਹੋ ਗਈ, ਜਿੱਥੇ ਬੱਚੇ ਵੀ ਸੀਗੇ, ਬਜ਼ੁਰਗ ਵੀ ਉਹਦੇ ਵਿੱਚ ਸੀਗੇ। ਤੇ ਅਮਲਾ ਫੈਲਾ ਕਹਿੰਦੇ ਇੱਦਾਂ ਕਹਿ ਰਹੇ ਸੀ ਵੀ ਸਾਨੂੰ ਪਰਵਾਹ ਹੀ ਕੋਈ ਨਹੀਂ, ਵੀ ਮਤਲਬ ਇੱਕ ਤਰ੍ਹਾਂ ਦੇ ਨਾਲ ਫੇਂਟ ਹੋਣ ਲੱਗ ਪਏ ਸੀ ਜਿਹੜੇ ਬਜ਼ੁਰਗ ਸੀਗੇ, ਬੱਚੇ ਸੀਗੇ। ਤੇ ਇਹ ਸਾਰਾ ਜੋ ਕੁਛ ਉੱਥੇ ਵਾਪਰਿਆ ਤੇ ਜਦੋਂ ਇਹਨਾਂ ਲੋਕਾਂ ਨੇ ਹੁਣ ਕਿਹਾ ਵੀ ਇਹ ਤੁਹਾਡੀ ਗਲਤੀ ਕਰਕੇ ਹੋਇਆ ਤੇ ਤੁਸੀਂ ਸਾਨੂੰ ਕੰਪਨਸੇਟ ਕਰੋ, ਇਹਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ, ਤੇ ਉਹਦੇ ਬਾਰੇ ਕਹਿੰਦੇ ਜਿਹੜੀ 에ਅਰਲਾਈਨ ਆ ਇਹ ਚੁੱਪ ਆ ਤੇ ਇਹ ਹੁਣ ਅੱਗੇ ਗੱਲਬਾਤ ਕਰ ਰਿਹਾ। ਔਰ ਬੈਠੇ ਵੀ ਕਹਿੰਦੇ 1.5 ਘੰਟਾ ਰਹੇ, 90 ਮਿੰਟ ਉਸ ਜਹਾਜ਼ ਦੇ ਵਿੱਚ। ਹੁਣ ਇਹਨਾਂ ਨੇ ਬਾਅਦ ਦੇ ਵਿੱਚ ਜਿੰਨੇ ਵਿਕਟਮ ਸੀਗੇ ਇਹਨਾਂ ਨੇ ਇੱਕ WhatsApp ਗਰੁੱਪ ਬਣਾਇਆ ਤੇ ਉਹਦੇ ਬਾਰੇ ਹੁਣ ਇਹ ਆਪਸ ਦੇ ਵਿੱਚ ਗੱਲਾਂ ਬਾਤਾਂ ਐਕਸਚੇਂਜ ਕਰਦੇ ਆ ਤੇ ਉੱਥੇ ਇਹ ਦੱਸਦੇ ਆ ਕਿ ਕੀ ਕੰਸਰਨ ਸੀਗਾ। ਤੇ 에ਅਰਲਾਈਨ ਨੇ ਉਹ ਹੁਣ ਇਹ ਕਹਿ ਰਿਹਾ ਕਿ 에ਅਰਲਾਈਨ ਕਹਿੰਦੀ ਕਿ ਸਿਕਿਉਰਿਟੀ ਕੰਸਰਨ ਸੀਗਾ ਸਾਡਾ ਜੀ, ਸਿਕਿਉਰਿਟੀ ਕੰਸਰਨ ਕਰਕੇ ਅਸੀਂ ਫਲਾਈ ਨਹੀਂ ਕਰ ਸਕੇ। ਤੇ ਜਦੋਂ ਕਿ ਲੋਕ ਇਹ ਕਹਿ ਰਹੇ ਆ ਕਿ ਟੈਕਨੀਕਲ ਕੰਸਰਨ ਸੀਗਾ, ਸਿਕਿਉਰਿਟੀ ਕੰਸਰਨ ਨਹੀਂ ਸੀ, ਸਗੋਂ ਇਹਨਾਂ ਦਾ ਏਸੀ ਨਹੀਂ ਸੀ ਚੱਲਦਾ ਜਹਾਜ਼ ਦਾ ਤੇ ਇਸ ਜਿਹੜਾ ਮਕੈਨੀਕਲ ਇਸ਼ੂ ਸੀਗਾ ਇਹਦੇ ਵਿੱਚ ਜਿਹਦੇ ਕਰਕੇ ਇਹ ਇਹ ਨਹੀਂ ਜਹਾਜ਼ ਉੱਡ ਸਕਿਆ, ਨਾ ਕਿ ਕੋਈ ਸਿਕਿਉਰਿਟੀ ਰੀਜ਼ਨ ਸੀ। ਹੁਣ ਜੇ ਉਹ ਸਿਕਿਉਰਿਟੀ ਰੀਜ਼ਨ 에ਅਰਲਾਈਨ ਇਹ ਕਹਿ ਦਿੰਦੀ ਆ ਵੀ ਸਿਕਿਉਰਿਟੀ ਰੀਜ਼ਨ ਆ ਤਾਂ ਉਹਨੂੰ ਪੇ ਨਹੀਂ ਕਰਨਾ ਪੈਂਦਾ, ਕਿਉਂਕਿ ਜਿਹੜੀ 에ਅਰ ਟਰਾਂਸਪੋਰਟ ਅਥਾਰਟੀ ਆ ਉਹ ਇਹ ਕਹਿੰਦੀ ਆ ਕਿ ਜੇ ਤਾਂ ਸਿਕਿਉਰਿਟੀ ਰੀਜ਼ਨ ਕਰਕੇ ਫਲਾਈਟ ਲੇਟ ਹੋਈ ਆ ਫਿਰ ਉਹਦਾ ਫਲਾਈਟ ਦਾ ਕੋਈ ਨੁਕਸ ਨਹੀਂ ਆ, 에ਅਰਲਾਈਨ ਦਾ ਕੋਈ ਨੁਕਸ ਨਹੀਂ ਆ, ਤੇ ਜੇ ਉਹ ਇਹਨਾਂ ਦੀ ਗਲਤੀ ਕਰਕੇ ਹੋਈ ਆ ਤਾਂ ਫਿਰ ਸਾਰਿਆਂ ਨੂੰ ਮੁਆਵਜ਼ਾ ਦਿਓ। ਹੁਣ ਰੌਲਾ ਇਸ ਗੱਲ ਦਾ ਪੈ ਗਿਆ ਵੀ ਕੀ ਇਹ ਸਿਕਿਉਰਿਟੀ ਰੀਜ਼ਨ ਸੀਗਾ ਜਾਂ ਇਹ ਉੱਥੇ ਗਰਮੀ ਹੋਣੀ, ਏਸੀ ਦਾ ਨਾ ਚੱਲਣਾ ਇੱਕ ਮਕੈਨੀਕਲ ਰੀਜ਼ਨ ਸੀਗਾ। ਹੁਣ ਜਦੋਂ ਕਿਸੇ ਨਾ ਕਿਸੇ ਤਰ੍ਹਾਂ ਲੋਕ ਆ ਗਏ ਆ ਕੈਨੇਡਾ ਦੇ ਵਿੱਚ, ਇਹਨਾਂ ਨੇ ਆਉਣਾ ਹੀ ਸੀਗਾ ਤੇ ਇੱਥੇ ਆ ਕੇ ਇਹਨਾਂ ਨੇ ਜਿਹੜੀ ਕੈਨੇਡਾ ਦੀ 에ਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਸ ਆ ਉਹਦੇ ਤਹਿਤ ਆਪਣੇ ਮੁਆਵਜ਼ੇ ਦੀ ਮੰਗ ਕੀਤੀ ਆ ਕਿ ਜਿਹੜੇ ਲੋਕਾਂ ਨੂੰ ਇਹ ਹੈਗਾ $1000 ਤਾਂ ਵੈਸੇ ਹੀ ਇਹ ਕਹਿੰਦੇ ਆ ਵੀ ਉਹਨਾਂ ਨੂੰ ਦਿੱਤਾ ਜਾਵੇ, ਜਿਹੜੇ ਬੇਸਿਕ ਸਟੈਂਡਰਡ ਆ ਇਹਨਾਂ ਦੇ ਜਦੋਂ ਡਿਲੇ ਹੁੰਦਾ ਆ। ਤੇ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਹੁਣ ਵੈਸਟ ਜੈਟ ਆ ਉਹ ਕਹਿ ਰਹੇ ਆ ਕਿ ਜਿਹੜਾ ਸਾਡੇ ਕੋਲ ਇਹ ਅਸੀਂ ਨਹੀਂ ਦੇ ਸਕਦੇ ਕਿਉਂਕਿ ਇਹ ਸਿਕਿਉਰਿਟੀ ਰੀਜ਼ਨ ਸੀਗਾ ਤੇ ਤੁਹਾਡਾ ਕਲੇਮ ਜਿਹੜਾ ਕੰਪਨਸੇਸ਼ਨ ਦੇ ਲਈ ਕੀਤਾ ਗਿਆ ਉਹ ਠੀਕ ਨਹੀਂ ਆ ਤੇ ਇਹ ਸਾਡੇ ਵੱਸ ਦੇ ਵਿੱਚ ਨਹੀਂ ਆ। ਹੁਣ ਦੇਖੋ ਇਹ ਅੱਗੇ ਫੇਰ ਜਾ ਕੇ ਕਿਤੇ ਅਪਲਾਈ ਕਰਦੇ ਆ ਜਾਂ ਕਿਤੇ ਫੇਰ ਆਪਣੀ ਗੱਲ ਕਰਦੇ ਆ। ਤੇ ਦੂਜਾ ਉਹ ਕਹਿ ਰਿਹਾ ਕਿ ਇਹਨਾਂ ਦਾ ਜਿਹੜਾ ਬਿਹੇਵੀਅਰ ਸੀ 에ਅਰਲਾਈਨ ਵਾਲਿਆਂ ਦਾ ਵੈਸਟ ਜੈਟ ਦੇ ਵਿੱਚ ਉਹ ਚੰਗਾ ਨਹੀਂ ਸੀ, ਸਾਡੇ ਨਾਲ ਸਾਨੂੰ ਸਾਥ ਦੇਣ ਵਾਲਾ ਨਹੀਂ ਸੀ। ਹੁਣ ਕੁਦਰਤੀ ਤੌਰ ਤੇ ਲੋਕ ਤਾਂ ਇਸ ਗੱਲ ਦੇ ਲਈ ਵੀ ਕਲੇਮ ਕਰਦੇ ਆ ਕਿ ਅੱਧਾ ਘੰਟਾ ਫਲਾਈਟ ਲੇਟ ਹੋ ਗਈ, ਇਹਨਾਂ ਨੂੰ ਤਾਂ 1.5 ਘੰਟਾ ਜਹਾਜ਼ ਦੇ ਵਿੱਚ ਬਿਠਾ ਕੇ ਉਹਨਾਂ ਨੇ ਤੇ 170 ਜਣਿਆਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਤੇ 1.5 ਘੰਟਾ ਗਰਮੀ ਦੇ ਵਿੱਚ ਤਲ ਹੋ ਗਏ ਗਰਮੀ ਦੇ ਵਿੱਚ ਤੇ ਹੁਣ ਬਾਹਰ ਆ ਕੇ ਇਹਨਾਂ ਦੀ ਫਲਾਈਟ ਵੀ ਨਹੀਂ ਚੱਲੀ। ਤੇ ਜਦੋਂ ਇਹ ਕੰਪਨਸੇਸ਼ਨ ਦੀ ਮੰਗ ਕਰ ਰਹੇ ਆ ਤਾਂ ਇਹਨਾਂ ਨੂੰ ਮੁਆਵਜ਼ਾ ਦੇਣ ਤੋਂ ਨਾ ਕੀਤੀ ਜਾ ਰਹੀ ਹੈ। ਇਹਦਾ ਰੀਜ਼ਨ ਸਿਕਿਉਰਿਟੀ ਸੀਗੀ, ਜਦੋਂ ਕਿ ਉਹ ਕਹਿ ਰਹੇ ਆ ਕਿ ਇਹਦਾ ਰੀਜ਼ਨ ਸਿਕਿਉਰਿਟੀ ਨਹੀਂ ਸਗੋਂ ਮਕੈਨੀਕਲ ਇਸ਼ੂ ਸੀਗਾ, ਇਸ ਕਰਕੇ ਇਹ ਸਿਰਫ ਸਾਨੂੰ ਮੁਆਵਜ਼ਾ ਜਿਹੜਾ ਉਹ ਨਹੀਂ ਦੇ ਰਹੇ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਡਿਲੇਜ਼ ਦੀਆਂ ਖਬਰਾਂ ਅਕਸਰ ਆਉਂਦੀਆਂ ਕਿ ਲੋਕਾਂ ਨੇ ਆਪਣੇ PR ਦੇ ਲਈ ਜਾਂ ਦੂਜੇ ਇਮੀਗ੍ਰੇਸ਼ਨ ਦੇ ਕੰਸਰਨ ਲਈ ਅਪਲਾਈ ਕੀਤਾ ਪਰ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ। ਫੈਡਰਲ ਸਰਕਾਰ ਨੂੰ ਇਸ ਵੇਲੇ ਲੀਗਲ ਕੇਸਾਂ ਦਾ ਸਾਹਮਣਾ ਪੈ ਰਿਹਾ ਕਿਉਂਕਿ ਇਮੀਗ੍ਰੇਸ਼ਨ ਐਪਲੀਕੇਸ਼ਨਸ ਦਾ ਬੈਕਲੌਗ ਬਹੁਤ ਆ, ਦੇਰੀ ਹੋ ਰਹੀ ਆ, ਲੋਕਾਂ ਦਾ ਨੁਕਸਾਨ ਬਹੁਤ ਹੋਇਆ, ਪ੍ਰੋਸੈਸ ਬਹੁਤ, ਕਿਉਂਕਿ ਬੈਕਲੌਗ ਜ਼ਿਆਦਾ ਸੀ, ਐਪਲੀਕੇਸ਼ਨ ਪਹਿਲਾਂ ਕਦੇ ਆਈਆਂ ਹੀ ਨਹੀਂ ਇੰਨੀਆਂ, ਪਿਛਲੀਆਂ ਇੰਨੀਆਂ ਪਈਆਂ ਸੀ ਤੇ ਉਹਦੇ ਤਹਿਤ ਹੀ ਫਿਰ ਜਿਹੜਾ ਉਹ ਵੇਟ ਟਾਈਮ ਵੱਧ ਗਿਆ, ਡਿਲੇ ਹੋਣਾ ਸ਼ੁਰੂ ਹੋ ਗਿਆ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਾਲੇ ਨੇ ਜਿਹੜੇ ਇਹਨਾਂ ਨੇ ਦੱਸਿਆ ਕਿ 709 ਜਿਹੜੇ ਨੇ ਮੈਂਡਮਸ ਐਪਲੀਕੇਸ਼ਨਸ ਫਾਈਲ ਕੀਤੀਆਂ ਗਈਆਂ ਫੈਡਰਲ ਕੋਰਟ ਦੇ ਵਿੱਚ ਇਸ ਸਾਲ ਦੇ ਵਿੱਚ, ਮਤਲਬ ਜਿਹੜਾ ਸਾਲ ਅਪ੍ਰੈਲ ਦੇ ਵਿੱਚ ਸ਼ੁਰੂ ਹੁੰਦਾ। ਜਿਹੜੀ IRCC ਦੀ ਫਿਗਰ ਆ 14 ਨਵੰਬਰ ਤੱਕ ਦਾ ਅੰਕੜਾ ਇਹ ਦੱਸ ਰਿਹਾ 709 ਐਪਲੀਕੇਸ਼ਨਸ ਫਾਈਲ ਕੀਤੀਆਂ ਗਈਆਂ ਫੈਡਰਲ ਕੋਰਟ ਦੇ ਵਿੱਚ ਸਰਕਾਰ ਦੇ ਵਿਰੁੱਧ।
ਇਸ ਕਰਕੇ ਵੀ ਤੁਸੀਂ ਸਾਡੇ ਕੇਸਾਂ ਦੀ ਸੁਣਵਾਈ ਨਹੀਂ ਕਰ ਰਹੇ ਜਾਂ ਸਾਡੇ ਪ੍ਰੋਸੈਸ ਦੇ ਵਿੱਚ ਦੇਰੀ ਕਰ ਰਹੇ ਆ। 14 ਨਵੰਬਰ ਤੱਕ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ 709 ਇਹ ਜਿਹੜੀਆਂ ਮਤਲਬ ਸੌਖੀਆਂ ਹੀ ਪਾਰ ਕਰ ਜਾਣੀਆਂ ਪਿਛਲੇ ਸਾਲਾਂ ਨੂੰ। ਮੈਂਡਾਮਸ ਕੀ ਹੁੰਦਾ, ਇੱਕ ਆਰਡਰ ਹੁੰਦਾ ਜਿਹੜਾ ਇਸ਼ੂ ਕਰਦੀ ਆ, ਇਸ਼ੂ ਕੀਤਾ ਜਾਂਦਾ, ਕੋਰਟ ਇਸ਼ੂ ਕਰਦੀ ਆ ਲੋਅਰ ਕੋਰਟ ਨੂੰ ਜਾਂ ਜਿਹੜੀ ਗਵਰਨਮੈਂਟ ਐਂਟਾਈਟੀ ਆ ਉਹਨੂੰ, ਕਿ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰੋ ਜਾਂ ਤੁਸੀਂ ਆਪਣੀਆਂ ਡਿਊਟੀਆਂ ਕਿੱਦਾਂ ਕਰਨੀਆਂ। ਉਹ ਨੋਟਿਸ ਜਿਹੜੇ ਨੇ, ਮੈਂਡਾਮਸ ਜਿਹੜਾ ਆਰਡਰ ਆ ਜਿਹੜਾ ਇਸ਼ੂ ਕੀਤਾ ਜਾਂਦਾ, ਉਹ 709 ਐਪਲੀਕੇਸ਼ਨਸ ਜਿਹੜੀਆਂ ਫਾਈਲ ਕੀਤੀਆਂ ਗਈਆਂ ਵੀ ਕੋਰਟ ਨੂੰ ਕਿਹਾ ਗਿਆ ਕਿ ਤੁਸੀਂ ਸਰਕਾਰ ਨੂੰ ਕਹੋ ਕਿ ਇਹ ਆਪਣਾ ਕੰਮਕਾਰ ਠੀਕ ਤਰੀਕੇ ਨਾਲ ਕਰੇ, ਭਾਵ ਜਿਹੜੀਆਂ ਇਹ ਐਪਲੀਕੇਸ਼ਨਸ ਨੇ ਇਹਨਾਂ ਨੂੰ ਠੀਕ ਤਰੀਕੇ ਨਾਲ ਦੇਖੇ ਤੇ ਇਹਨੂੰ ਤੇਜ਼ ਕਰੇ ਤੇ ਫੈਸਲਾ ਕਰੇ। ਕਈ ਸੈਂਕੜੇ ਲੋਕ ਜਿਹੜੇ ਜੁਡੀਸ਼ੀਅਲ ਆਰਡਰ ਦੀ ਉਡੀਕ ਕਰ ਰਹੇ ਆ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਪ੍ਰੋਸੈਸਿੰਗ ਆ ਉਹਨਾਂ ਦੀ ਐਪਲੀਕੇਸ਼ਨ ਨੂੰ ਖਤਮ ਕਰਨ ਦੇ ਲਈ। ਆਮ ਤੌਰ ਦੇ ਉੱਤੇ ਜਿਹੜੇ ਇਹ ਮੈਂਡਾਮਸ ਕੇਸਿਸ ਨੇ ਇਹ ਫਾਈਲ ਕੀਤੇ ਜਾਂਦੇ ਆ ਜਦੋਂ ਬਹੁਤ ਜ਼ਿਆਦਾ ਕੋਈ ਡਿਲੇ ਹੋ ਜਾਵੇ ਪ੍ਰੋਸੈਸਿੰਗ ਦੇ ਵਿੱਚ ਜਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਦੇ ਵਿੱਚ ਬਿਨਾਂ ਕਿਸੇ ਰੀਜ਼ਨੇਬਲ ਐਕਸਪਲੇਨੇਸ਼ਨ ਦੇ। ਤੇ ਜਿਹੜੀ ਫੈਡਰਲ ਸਰਕਾਰ ਕੋਈ ਵੀ ਉਹਦੀ ਜਾਂ ਤਾਂ ਉਹਨਾਂ ਕੋਲ ਕੋਈ ਰੀਜ਼ਨ ਹੋਵੇ ਵੀ ਇਸ ਕਰਕੇ ਇਹ ਡਿਲੇ ਹੋਇਆ, ਫਿਰ ਤਾਂ ਠੀਕ ਆ। ਜਦੋਂ ਬਿਨਾਂ ਕਿਸੇ ਰੀਜ਼ਨ ਦੇ ਸਰਕਾਰ ਐਪਲੀਕੇਸ਼ਨ ਡਿਲੇ ਕਰਦੀ ਆ ਤਾਂ ਫਿਰ ਉਸ ਵੇਲੇ ਕੋਰਟ ਸਰਕਾਰ ਨੂੰ ਆਰਡਰ ਕਰਦੀ ਆ। ਉਹਨਾਂ ਆਰਡਰਸ ਦੇ ਵਿੱਚ, ਉਹਨਾਂ ਆਰਡਰਸ ਦੇ ਲਈ ਜਿਹੜੀਆਂ ਐਪਲੀਕੇਸ਼ਨਸ ਲੋਕਾਂ ਨੇ ਫਾਈਲ ਕੀਤੀਆਂ ਉਹਦੇ ਵਿੱਚ ਇਸ ਵਾਰੀ ਬਹੁਤ ਵੱਡਾ ਵਾਧਾ ਹੋਇਆ। ਔਰ ਕੁਦਰਤੀ ਤੌਰ 'ਤੇ ਇਹਦੇ ਨਾਲ ਲੱਗਦਾ ਆ ਕਿ ਕੁਛ ਸਰਕਾਰ ਨੇ ਜਿਹੜੇ ਯਤਨ ਕੀਤੇ ਆ ਤੇ ਉਹ ਇਹਨਾਂ ਪ੍ਰੋਸੈਸ ਨੂੰ ਤੇਜ਼ ਵੀ ਕਰਨਗੇ, ਲੋਕਾਂ ਦੇ ਕੰਮ ਜਲਦੀ ਵੀ ਹੋਣਗੇ ਕਿ ਕੋਈ ਰੈਜ਼ੋਲੂਸ਼ਨ ਨਿਕਲੇ ਇਹਨਾਂ ਦਾ। ਜਿਹੜੇ ਲੋਕ ਆ ਉਹ ਕੋਰਟਸ ਦੇ ਵੱਲੋਂ ਆ ਰਹੇ ਆ। 800 ਤੋਂ ਜ਼ਿਆਦਾ ਮੈਂਡਾਮਸ ਐਪਲੀਕੇਸ਼ਨਸ IRCC ਦੇ ਵਿੱਚ ਫਾਈਲ ਕੀਤੀਆਂ ਗਈਆਂ 2021-2022 ਦੇ ਵਿੱਚ, ਜਿਹੜੀਆਂ 465% ਜ਼ਿਆਦਾ ਆ 143 ਐਪਲੀਕੇਸ਼ਨਸ ਨਾਲੋਂ ਜਿਹੜੀਆਂ 2019 ਤੇ 2020 ਦੇ ਵਿੱਚ ਫਾਈਲ ਕੀਤੀਆਂ ਗਈਆਂ ਸੀ। ਸੋ 2019-2020 ਦੇ ਵਿੱਚ 143 ਐਪਲੀਕੇਸ਼ਨ ਫਾਈਲ ਕੀਤੀਆਂ ਸੀ ਇਸ ਪ੍ਰੋਸੈਸ ਦੇ ਵਿੱਚ ਡਿਲੇ ਦੇ ਲਈ ਸਰਕਾਰ ਨੂੰ ਦੁਆਰਾ ਕੋਰਟ ਦੇ ਵਿੱਚ, ਜਿਹੜੇ ਸਰਕਾਰ ਦੇ ਵਿਰੁੱਧ ਇੱਕ ਤਰੀਕੇ ਨਾਲ ਕੇਸ ਕੀਤੇ ਗਏ। 143 ਉਹ 19-20 ਦੇ ਵਿੱਚ ਸੀਗੇ ਤੇ 465 ਜਿਹੜੇ ਆ ਉਹ 2021 ਤੇ 22 ਦੇ ਵਿੱਚ ਦਰਜ ਕੀਤੇ ਗਏ ਆ। ਮਾਫੀ ਚਾਹੇ 800 ਜਿਹੜੇ ਦਰਜ ਕੀਤੇ ਗਏ, 465%। 800 ਐਪਲੀਕੇਸ਼ਨਸ ਜਿਹੜੀਆਂ ਫਾਈਲ ਕੀਤੀਆਂ 2021-22 ਦੇ ਵਿੱਚ, 143 ਫਾਈਲ ਕੀਤੀਆਂ ਸੀ 19-20 ਦੇ ਵਿੱਚ। ਤੇ ਇਹ ਇੱਕ ਬਹੁਤ ਵੱਡਾ ਵਾਧਾ ਇਹਦੇ ਵਿੱਚ ਦੱਸਿਆ ਜਾ ਰਿਹਾ ਆ। ਤੇ ਹੁਣ ਇਹਦੇ ਵਿੱਚ ਲੱਗਦਾ ਹੈ ਕਿ ਕੁਛ ਨਾ ਕੁਛ ਯਤਨ ਕੀਤੇ ਜਾਣਗੇ। ਜੇ ਸਰਕਾਰ ਦੇ ਉੱਤੇ ਇੰਨਾ ਪ੍ਰੈਸ਼ਰ ਆ, ਕੋਰਟ ਵੱਲੋਂ ਵੀ ਉਹਨਾਂ ਨੂੰ ਕਿਹਾ ਜਾਂਦਾ ਆ, ਤੇ ਕਿਉਂਕਿ 1.2 ਮਿਲੀਅਨ ਦਾ ਬੈਕਲੌਗ ਸੀ, ਜਿਹਦਾ ਮਤਲਬ ਆ ਕਿ ਸਿਸਟਮ ਬਹੁਤ ਜ਼ਿਆਦਾ ਡਿਲੇ ਸੀਗਾ ਤੇ ਫਿਰ ਸਟਾਫ ਵੀ ਜ਼ਿਆਦਾ ਰੱਖਿਆ ਗਿਆ, ਆਪਣੇ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ। ਪਰ ਅਜੇ ਵੀ ਲੋਕਾਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉੱਥਾਂ ਦੀਆਂ ਉੱਥੇ ਹੀ ਪਈਆਂ ਨੇ। ਤੇ ਇਹਦਾ ਜਿਹੜਾ ਹੈਗੀਆਂ ਔਰ ਵੱਖ-ਵੱਖ ਜਿਹੜੇ ਇੱਕ ਇਕਨੋਮਿਕ ਸਟਰੀਮ ਵਾਲੇ ਨੇ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਹੈ ਜਿਹੜੀ 800 ਦੇ ਕਰੀਬ ਐਪਲੀਕੇਸ਼ਨ ਫਾਈਲ ਕੀਤੀ ਗਈ ਆ ਵੀ ਸਾਡੇ ਕੇਸ ਨੂੰ ਠੀਕ ਸਮੇਂ ਤੇ ਕੀਤਾ ਜਾਵੇ ਨਾ ਜਾਂ ਤੇਜ਼ ਨਹੀਂ ਹੋ ਰਿਹਾ। ਉਹਦੇ 'ਚੋਂ 333 ਜਿਹੜੇ ਨੇ ਉਹ ਇਕਨੋਮਿਕ ਸਟਰੀਮ ਵਾਲੇ ਨੇ, ਇਮੀਗ੍ਰੇਸ਼ਨ ਨੇ। 183 ਜਿਹੜੇ ਨੇ ਉਹ ਫੈਮਿਲੀ ਕੇਸ ਨੇ, ਜਿਹੜੇ ਇਮੀਗ੍ਰੈਂਟਸ ਵਾਲੇ ਨੇ। ਬਹੁਤੇ ਸਪਾਊਜ਼ਲ ਵਾਲੇ ਆ ਜਾਂ ਜਿਹੜੇ ਪਾਰਟਨਰਸ ਜਿਹੜੇ ਦੂਜੇ ਪਾਸੇ ਸਟਕ ਆ ਓਵਰਸੀਜ਼, ਉਹਨਾਂ ਦੇ ਲਈ ਆ। ਸੋ ਵੱਡੀ ਗਿਣਤੀ ਜਿਹੜੀ ਇਕਨੋਮਿਕ ਸਟਰੀਮ ਲਾਈਨਸ ਜਿਹੜੇ ਨੇ ਉਹਨਾਂ ਦੇ ਵਿੱਚ ਦੱਸੀ ਜਾ ਰਹੀ ਹੈ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਦੇ ਉੱਤੇ ਧਿਆਨ ਦੇਊਗੀ ਤੇ ਜਿਹੜੇ ਲੋਕ ਵੇਟ ਕਰ ਰਹੇ ਆ, ਇਹਦੀ ਉਡੀਕ ਕਰ ਰਹੇ ਆ ਕਿ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਠੀਕ ਠਾਕ ਹੋਵੇ ਤੇ ਸਮੇਂ ਦੇ ਉੱਤੇ ਇਹਦਾ ਸੁਣਿਆ ਜਾਵੇ, ਉਹਦੇ ਬਾਰੇ ਲੱਗਦਾ ਹੈ ਕਿ ਕੋਈ ਨਾ ਕੋਈ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਹੋਏਗੀ ਤੇ ਪ੍ਰੋਸੈਸ ਬਿਨਾਂ ਸ਼ੱਕ ਤੇਜ਼ ਵੀ ਹੋਏਗਾ। ਕੈਨੇਡਾ ਤੇ ਚੀਨ ਦੇ ਸਬੰਧਾਂ ਬਾਰੇ ਆਪਾਂ ਅਕਸਰ ਗੱਲਬਾਤ ਕਰਦੇ ਹਾਂ। ਹੁਣ ਫਿਰ ਇੱਕ ਵਾਰੀ ਕੈਨੇਡਾ ਸਰਕਾਰ ਦੇ ਪੁਲਿਸ ਸਟੇਸ਼ਨ, ਚੀਨ ਦੀ ਸਰਕਾਰ ਦੇ ਕੈਨੇਡਾ ਦੇ ਵਿੱਚ ਪੁਲਿਸ ਸਟੇਸ਼ਨ ਚਰਚਾ 'ਚ ਨੇ। ਕਿਹਾ ਇਹ ਜਾ ਰਿਹਾ ਕਿ ਚੀਨ ਦੀ ਸਰਕਾਰ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ। ਦਖਲਅੰਦਾਜ਼ੀ ਇੱਦਾਂ ਕਰ ਰਹੀ ਵੀ ਇੱਕ ਤਰੀਕੇ ਨਾਲ ਕੈਨੇਡਾ ਦੇ ਵਿੱਚ ਆਪਣੇ ਕੰਟਰੋਲ ਕਰ ਰਹੀ ਆ। ਇੱਥੋਂ ਦੇ ਬਹੁਤ ਸਾਰੇ ਜਿਹੜੇ ਲਾ ਮੇਕਰ ਨੇ, ਜਿਹੜੇ ਇਹਨਾਂ ਨੇ ਚੋਣ ਲੜਨੀ ਸੀ ਜਦੋਂ ਵੋਟਾਂ ਦੇ ਵਿੱਚ, ਉਹਨਾਂ ਦੀ ਮਦਦ ਕੀਤੀ ਹੈ ਜਿਹੜੇ ਚਾਈਨੀ ਭਾਈਚਾਰੇ ਦੇ ਸੀ। ਤੇ ਉਹ ਮਦਦ ਕਹਿੰਦੇ ਸਿੱਧੀ ਕੀਤੀ ਗਈ ਆ। ਤੇ ਹੁਣ ਇਹ ਚਰਚਾ ਦੇ ਵਿੱਚ ਆ ਕਿ 3 ਥਾਣੇ ਪੁਲਿਸ ਦੇ, ਚੀਨ ਦੀ ਪੁਲਿਸ ਦੇ ਥਾਣੇ ਕੈਨੇਡਾ ਦੇ ਵਿੱਚ ਆ ਜਿੱਥੇ ਚੀਨ ਵਾਲੇ ਆਪਣੇ ਫੈਸਲੇ ਆਪ ਕਰਦੇ ਆ। ਹੁਣ ਕਿਹਾ ਜਾ ਰਿਹਾ ਵੀ ਇਹ ਖਬਰਾਂ ਝੂਠੀਆਂ, ਪਰ ਹੁਣ ਕੈਨੇਡੀਅਨ ਸਰਕਾਰ ਨੇ ਸਮਨ ਕੀਤਾ ਆ ਚੀਨ ਦੇ ਅੰਬੈਸਡਰ ਨੂੰ ਕਿ ਜਿਹੜੀਆਂ ਚਾਈਨੀਜ਼ ਰਨ ਪੁਲਿਸ ਸਟੇਸ਼ਨਸ ਨੇ ਇੱਥੇ ਕੈਨੇਡਾ ਦੇ ਵਿੱਚ ਸਿੱਧੇ ਆਪਰੇਟ ਕੀਤੇ ਜਾ ਰਹੇ ਆ, ਵੀ ਉਹਦੇ ਬਾਰੇ ਸਾਨੂੰ ਦੱਸੋ
ਤੇ ਇਹਦਾ ਸਟੈਪ ਜਿਹੜਾ ਕੋਈ ਨਾ ਕੋਈ ਸਿੱਧਾ ਲਓ ਤੇ ਇਸ ਚੀਜ਼ ਦਾ ਹੱਲ ਕਰੋ। ਇਹ ਸਿੱਧੀ ਕੈਨੇਡਾ ਦੇ ਵਿੱਚ ਫੋਰਨ ਇੰਟਰਫੀਰੈਂਸ ਆ। ਸੋ ਜਿਹੜਾ ਫੈਡਰਲ ਡਿਪਾਰਟਮੈਂਟ ਆਫ ਗਲੋਬਲ ਅਫੇਅਰਸ ਆ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਨੇ ਸਿੱਧਾ ਇਹ ਆਬਜੈਕਸ਼ਨ ਰੇਜ਼ ਕੀਤਾ ਆ ਜਿਹੜਾ ਐਲੀਗੇਸ਼ਨਸ ਹੈਗੇ ਆ ਚੀਨ ਦੇ ਸਟਰੀਟ ਓਵਰਸੀਜ਼ ਪੁਲਿਸ ਸਟੇਸ਼ਨਸ, ਜਿਨ੍ਹਾਂ ਵਿੱਚ ਦੱਸਦੇ ਆ ਕਿ 50 ਲੋਕੇਸ਼ਨਸ ਪੂਰੀ ਦੁਨੀਆ ਦੇ ਵਿੱਚ ਨੇ ਤੇ ਜਿਨ੍ਹਾਂ ਦੇ ਵਿੱਚੋਂ 3 ਕੈਨੇਡਾ ਦੇ ਵਿੱਚ ਨੇ, ਜਿੱਥੇ ਕਿ ਇਹ ਆਪਣੇ ਫੈਸਲੇ ਆਪਣੇ ਤਰੀਕੇ ਦੇ ਨਾਲ ਕਰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਸਟਾਫ ਭਰਤੀ ਕੀਤਾ ਜਾਂਦਾ ਉਹਨਾਂ ਨੂੰ ਵੀ ਚੀਨ ਦੀ ਸਰਕਾਰ ਤਨਖਾਹ ਦਿੰਦੀ ਆ ਤੇ ਉਹ ਕਹਿੰਦੇ ਪੁਲਿਸ ਵਾਲੇ ਆ ਜਾਂ ਉਹਨਾਂ ਦਾ ਰੈਕਡ ਜਿਹੜਾ ਆ ਉਸ ਤਰੀਕੇ ਦੇ ਨਾਲ ਹੁੰਦਾ ਕਿ ਜਿੱਦਾਂ ਪੁਲਿਸ ਦਾ ਬੈਕਗਰਾਊਂਡ ਚੈੱਕ ਕੀਤਾ ਜਾਂਦਾ ਉਸੇ ਤਰ੍ਹਾਂ ਇਹਨਾਂ ਦਾ ਚੈੱਕ ਕੀਤਾ ਜਾਂਦਾ ਤੇ ਇਹਨਾਂ ਨੂੰ ਰੱਖਿਆ ਜਾਂਦਾ ਆ। ਤੇ ਜਿਹੜੀ ਕੈਨੇਡਾ ਦੀ ਸਰਕਾਰ ਆ ਇਹਨਾਂ ਨੇ ਹੁਣ ਆਫੀਸ਼ੀਅਲੀ ਚੀਨ ਦੀ ਸਰਕਾਰ ਨੂੰ ਦੱਸਿਆ ਹੈ ਕਿ ਸਾਨੂੰ ਇਹ ਜਿਹੜੀਆਂ ਐਕਟੀਵਿਟੀਜ਼ ਕੈਨੇਡਾ ਦੇ ਵਿੱਚ ਹੋ ਰਹੀਆਂ ਆ ਇਹਦੇ ਬਾਰੇ ਦੱਸੋ, ਕਿਉਂਕਿ ਇਹ ਵਿਆਨਾ ਕਨਵੈਨਸ਼ਨ ਦੇ ਬਾਹਰ ਆ ਕਿ ਇੱਦਾਂ ਨਹੀਂ ਕੀਤਾ ਜਾ ਸਕਦਾ। RCMP ਵੀ ਇਨਵੈਸਟੀਗੇਸ਼ਨ ਇਸ ਮਸਲੇ ਦਾ ਕਰ ਰਹੀ ਆ ਤੇ 13 ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜੇ ਸੇਫਗਾਰਡ ਡਿਫੈਂਡਰਸ ਨੇ ਉਹ ਇਹਦੇ ਉੱਤੇ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਕੈਨੇਡਾ ਅਗਲੇ ਸਟੈਪ ਦੇ ਲਈ ਹੁਣ ਪ੍ਰਿਪੇਅਰ ਹੋ ਰਿਹਾ ਕਿ ਅਗਲਾ ਸਟੈਪ ਲੈ ਕੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੱਸਿਆ ਜਾਵੇ। ਜਿਹੜੀ ਚੀਨ ਦੀ ਅੰਬੈਸੀ ਹੈ ਕੈਨੇਡਾ ਦੇ ਵਿੱਚ ਇਹਨਾਂ ਨੇ ਡਿਨਾਈ ਕੀਤਾ ਸੀ ਵੀ ਸਾਡੇ ਇੱਦਾਂ ਦੀ ਕੋਈ ਪੁਲਿਸ ਸਟੇਸ਼ਨ ਨਹੀਂ ਹੈ ਕੈਨੇਡੀਅਨ ਸੋਇਲ ਦੇ ਉੱਤੇ, ਪਰ ਉਹ ਕਹਿੰਦੇ ਕਿ ਜਿਹੜੀ ਸਰਕਾਰ ਆ ਉਹਨਾਂ ਨੇ ਕੁਝ ਸਰਵਿਸ ਸਟੇਸ਼ਨ ਸੈੱਟ ਕੀਤੇ ਆ ਕੈਨੇਡਾ ਦੇ ਵਿੱਚ ਚਾਈਨੀਜ਼ ਸਿਟੀਜ਼ਨ ਨੂੰ ਹੈਲਪ ਕਰਨ ਦੇ ਲਈ, ਜਿਨ੍ਹਾਂ ਨੂੰ ਇਹ ਪੁਲਿਸ ਥਾਣੇ ਕਹਿ ਰਿਹਾ ਪੁਲਿਸ ਸਟੇਸ਼ਨ, ਉਹ ਕਹਿੰਦੇ ਸਰਵਿਸ ਸਟੇਸ਼ਨਸ ਨੇ ਵੀ ਅਸੀਂ ਚੀਨੀ ਭਾਈਚਾਰੇ ਦੇ ਲੋਕਾਂ ਦੀ ਕੈਨੇਡਾ ਦੇ ਵਿੱਚ ਮਦਦ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਪੇਪਰ ਵਰਕ ਦੇ ਵਿੱਚ ਜਾਂ ਹੋਰ ਕਿਸੇ ਡਰਾਈਵਰ ਲਾਇਸੈਂਸ ਦੇ ਵਿੱਚ ਮਦਦ ਚਾਹੀਦੀ ਆ ਤਾਂ ਉਹ ਮਦਦ ਅਸੀਂ ਦੇਣਾ ਚਾਹੁੰਦੇ ਆ। ਜਿਹੜਾ ਇੰਟਰਨੈਸ਼ਨਲ ਵਿਆਨਾ ਕਨਵੈਨਸ਼ਨ ਹੋਈ ਸੀ ਉਹਦੇ ਤਹਿਤ ਜਿਹੜਾ ਇਹ ਗੱਲਬਾਤ ਹੋਈ ਸੀ, ਜਿਹੜਾ ਕੌਂਸਲਰ ਐਡਮਿਨਿਸਟ੍ਰੇਟਿਵ ਸਰਵਿਸਿਜ਼ ਆ ਉਹ ਅੰਬੈਸੀਜ਼ ਜਾਂ ਕੌਂਸੂਲੇਟ ਕੰਡਕਟ ਕਰਨਗੇ, ਸਿੱਧੀ ਸਰਕਾਰ ਨਹੀਂ ਕਰ ਸਕਦੀ। ਜੇ ਚੀਨ ਦੀ ਇੱਥੇ ਅੰਬੈਸੀ ਜਾਂ ਕੌਂਸੂਲੇਟ ਹੈਗੇ ਆ ਉਹ ਇਹ ਸਰਵਿਸਿਜ਼ ਦੇਣਗੇ ਪੇਪਰ ਭਰਨ ਦੇ ਵਿੱਚ ਜਾਂ ਲਾਇਸੈਂਸ ਬਣਾਉਣ ਦੇ ਵਿੱਚ, ਜਾਂ ਚੀਨੀਆਂ ਨੂੰ ਜਿਹੜੇ ਚੀਨੇ ਭਾਈਚਾਰੇ ਦੇ ਲੋਕ ਆ ਉਹਨਾਂ ਦੀ ਮਦਦ ਕਰਨੀ ਆ ਤਾਂ ਉਹ ਕਰਨ, ਨਾ ਕਿ ਸਿੱਧੀ ਚੀਨ ਦੀ ਸਰਕਾਰ ਇੱਥੇ ਆ ਕੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਚਲਾਵੇ। ਸੋ ਜਿਹੜੇ ਇਹ ਡਿਪਲੋਮੈਟਿਕ ਰਿਲੇਸ਼ਨਸ਼ਿਪਸ ਨੇ ਇਹਨਾਂ ਨੂੰ ਤੋੜਨ ਦੀ ਗੱਲਬਾਤ ਦੱਸਦੇ ਆ ਕਿ ਹਾਲਾਂਕਿ ਜਿਹੜੀ ਚੀਨ ਦੀ ਅੰਬੈਸੀ ਆਟਵਾ ਦੇ ਵਿੱਚ ਉਹਨਾਂ ਨੇ ਇਮੀਡੀਏਟਲੀ ਇਹਨੂੰ ਕੋਈ ਰਿਸਪੌਂਡ ਨਹੀਂ ਕੀਤਾ, ਪਰ ਜਿਹੜੀ ਬਹੁਤ ਚਿਰ ਦੀ ਪਹਿਲਾਂ ਅਨਅਫੀਸ਼ੀਅਲ ਜੀ ਗੱਲਬਾਤ ਚੱਲਦੀ ਸੀ ਕਿ ਚੀਨ ਦੇ ਥਾਣੇ ਆ ਇੱਥੇ ਉਹਨਾਂ ਦੇ ਵਿੱਚ ਆਪਣੇ ਹਿਸਾਬ ਨਾਲ ਉਹ ਕੰਮ ਕਰਦੇ ਆ ਤੇ ਆਪਣੇ ਹਿਸਾਬ ਨਾਲ ਉਹਨਾਂ ਦਾ ਸਟਾਫ ਆ ਤੇ ਡਰਾਇਆ ਧਮਕਾਇਆ ਵੀ ਜਾਂਦਾ ਜਾਂ ਜੋ ਕੁਝ ਵੀ ਕੀਤਾ ਜਾਂਦਾ। ਹੁਣ ਇਹ ਆਫੀਸ਼ੀਅਲੀ ਕੈਨੇਡਾ ਦੀ ਸਰਕਾਰ ਨੇ ਚੀਨ ਤੋਂ ਇਹਦੇ ਬਾਰੇ ਜਿਹੜਾ ਜਵਾਬ ਮੰਗਿਆ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।